ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ ਤੇ ਅੱਜ ਦਾ ਆਪਣਾ ਪ੍ਰੋਗਰਾਮ ਹੈ ਇਮੀਗ੍ਰੇਸ਼ਨ ਅਪਡੇਟਸ। ਇਹਦੇ ਵਿੱਚ ਜਿੱਥੇ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਦੀ ਗੱਲ ਕਰਦੇ ਹਾਂ, ਉੱਥੇ ਤੁਹਾਡੇ ਸਵਾਲਾਂ ਦੇ ਜਿਹੜੇ ਜਵਾਬ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਜਿਹੜੇ ਸੁਪਰੀਮ ਕੋਰਟ ਦੇ ਇੰਪੋਰਟੈਂਟ ਡਿਸੀਜਨਸ ਇਸ ਹਫਤੇ ਆਏ ਆ, ਤੇ ਇਹਨਾਂ ਤੋਂ ਸਾਰਿਆਂ ਤੋਂ ਜਿਹੜਾ ਇੰਪੋਰਟੈਂਟ ਡਿਸੀਜਨ ਆ ਜਿਹਦੇ ਬਾਰੇ ਕਿ ਅਮਰੀਕਾ ਦੇ ਹਰੇਕ ਨਿਊਜ਼ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਆ, ਸਾਰੇ ਅਖਬਾਰਾਂ ਦੇ ਵਿੱਚ ਹੋ ਰਹੀ ਆ, TV 'ਚ ਹੋ ਰਹੀ ਆ, ਉਹ ਹੈਗਾ ਕਿ ਸੁਪਰੀਮ ਕੋਰਟ ਨੇ ਜਿਹੜਾ ਰੋ ਵਰਸਸ ਵੇਡ ਇੱਕ ਬੜਾ ਇੰਪੋਰਟੈਂਟ ਕੇਸ ਸੀਗਾ ਉਹਨੂੰ ਓਵਰਰੂਲ ਕਰਤਾ, ਓਵਰਟਰਨ ਕਰ ਦਿੱਤਾ। ਤੇ ਸੁਪਰੀਮ ਕੋਰਟ ਗਿਵ ਸਟੇਟਸ ਗ੍ਰੀਨ ਲਾਈਟ ਟੂ ਬੈਨ ਅਬੋਰਸ਼ਨ, ਓਵਰਟਰਨਿੰਗ ਰੋ ਵਰਸਸ ਵੇਡ। Supreme Court on Friday revoked the constitutional right to an abortion that has been in place for half a century, overturning Roe versus Wade. Roe versus Wade ਇੱਕ ਲੈਂਡਮਾਰਕ ਕੇਸ ਸੀਗਾ 70s ਦਾ ਅਮਰੀਕਾ ਦੇ ਵਿੱਚ, ਜਿਹੜਾ ਕਿ ਸਰਟਨ ਪੀਰੀਅਡ ਤੱਕ ਜਿਹੜੀ ਅਬੋਰਸ਼ਨ ਆ ਉਹਨੂੰ ਅਲਾਓ ਕਰਦਾ ਸੀਗਾ, ਮਤਲਬ ਕੁਝ ਮਹੀਨਿਆਂ ਤੱਕ। ਉਹ ਸੁਪਰੀਮ ਕੋਰਟ ਨੇ ਓਵਰਟਰਨ ਕਰ ਦਿੱਤਾ ਹੁਣ, ਤੇ ਇਹਨਾਂ ਨੇ ਇਹ ਕਿਹਾ ਕਿ 5-4 ਦੀ ਜਿਹੜੀ ਹੈਗੀ ਆ ਮੈਜੋਰਟੀ ਦੇ ਨਾਲ ਵੀ 5 ਜੱਜ ਇਹਦੇ ਹੱਕ 'ਚ ਸੀਗੇ, 4 ਇਹਦੇ ਖਿਲਾਫ। ਤੇ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜੀ ਹੈਗੀ ਆ ਉਹ ਜਿਹੜਾ ਕੌਂਸਟੀਟਿਊਸ਼ਨ ਅਮਰੀਕਾ ਦਾ ਉਹ ਰਾਈਟ ਨਹੀਂ ਦਿੰਦਾ ਕਿਸੇ ਨੂੰ ਕਿ ਇਹ ਜਿਹੜੀ ਅਬੋਰਸ਼ਨ ਹੈਗੀ ਆ ਉਹ ਇੱਕ ਰਾਈਟ ਹੋਵੇ, ਇਹ ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਨਹੀਂ ਆ। ਤੇ ਜਿਹੜਾ ਰੋ ਵਰਸਸ ਵੇਡ ਕੇਸ ਸੀਗਾ, ਤੇ ਉਹਦੇ ਨਾਲ ਇੱਕ ਹੋਰ ਕੇਸ ਸੀਗਾ ਪਲੈਨਡ ਪੈਰੈਂਟਹੁੱਡ ਵਰਸਸ ਕੇਸੀ, ਉਹ ਵੀ ਇਹਨਾਂ ਨੇ ਓਵਰਰੂਲ ਕਰਤਾ। ਉਹਨੂੰ ਇਹ ਲਿਖਿਆ ਕਿ ਵੀ ਹੋਲਡ ਦੈਟ ਰੋ ਐਂਡ ਕੇਸੀ ਮਸਟ ਬੀ ਓਵਰਰੂਲਡ, ਦ ਕੌਂਸਟੀਟਿਊਸ਼ਨ ਮੇਕਸ ਨੋ ਰੈਫਰੈਂਸ ਟੂ ਅਬੋਰਸ਼ਨ ਐਂਡ ਨੋ ਸੱਚ ਰਾਈਟ ਇਜ਼ ਇੰਪਲਿਸਿਟਲੀ ਪ੍ਰੋਟੈਕਟਡ ਬਾਈ ਐਨੀ ਕੌਂਸਟੀਟਿਊਸ਼ਨਲ ਪ੍ਰੋਵੀਜ਼ਨ। ਉਹ ਇਹ ਕਹਿੰਦੇ ਨੇ ਜਿਹੜੇ ਹੁਣ ਜਸਟਿਸ ਨੇ ਸੁਪਰੀਮ ਕੋਰਟ ਦੇ ਕਿ ਜਿਹੜਾ ਅਮਰੀਕਾ ਦਾ ਕੌਂਸਟੀਟਿਊਸ਼ਨ ਆ ਉਹ ਕੋਈ ਵੀ ਇਹੋ ਜਿਹਾ ਰਾਈਟ ਨਹੀਂ ਦਿੰਦਾ ਕਿ ਅਬੋਰਸ਼ਨ ਜਿਹੜੀ ਆ ਉਹ ਕਰਾਉਣ ਦਾ ਹੱਕ ਆ। ਸੋ ਜੇ ਸਟੇਟਾਂ ਚਾਹਣ ਤਾਂ ਉਹਨੂੰ ਬੰਦ ਕਰ ਸਕਦੀਆਂ ਨੇ। ਪਹਿਲਾਂ ਜਿਹੜਾ ਰੋ ਵਰਸਸ ਵੇਡ ਸੀ ਜਾਂ ਜਿਹੜਾ ਕੇਸ ਸੀਗਾ ਪਲੈਨਡ ਪੈਰੈਂਟਹੁੱਡ ਵਰਸਸ ਕੇਸੀ, ਇਹ ਕੁਝ ਰਿਸਟ੍ਰਿਕਸ਼ਨਸ ਲਾਉਂਦੇ ਸੀ ਸਟੇਟਾਂ 'ਤੇ ਵੀ ਜਿਹੜੀਆਂ ਸਟੇਟਾਂ ਨੇ ਉਹ ਇਸ ਹੱਦ ਤੱਕ ਅਬੋਰਸ਼ਨ ਨੂੰ ਬੈਨ ਕਰ ਸਕਦੇ ਆ, ਪਰ ਇਸ ਤੋਂ ਅੱਗੇ ਨਹੀਂ ਕਰ ਸਕਦੇ। ਲੇਕਿਨ ਹੁਣ ਇਹਨਾਂ ਨੇ ਕਹਿ ਦਿੱਤਾ ਕਿ ਜਿਹੜੀਆਂ ਸਟੇਟਸ ਨੇ ਉਹ ਜੇ ਚਾਹਣ, ਜੇ ਲਾਅ ਬਣਾਉਣ ਤਾਂ ਉਹ ਬੈਨ ਕਰ ਸਕਦੀਆਂ। ਅਬੋਰਸ਼ਨ ਦਾ ਕਰਾਉਣ ਦਾ ਕੋਈ ਵੀ ਜਿਹੜਾ ਉਹ ਕੌਂਸਟੀਟਿਊਸ਼ਨਲ ਅਮਰੀਕਾ ਦੇ ਕਾਨੂੰਨ ਥੱਲੇ ਹੱਕ ਨਹੀਂ ਆ। ਉਹ ਸਟੇਟਾਂ ਦੀ ਮਰਜ਼ੀ ਆ ਕਿ ਜਿਹੜੀ ਇਕੱਲੀ ਸਟੇਟ ਆ ਉਹਨੇ ਅਬੋਰਸ਼ਨ ਜਿਹੜੀ ਆ ਉਹ ਲੀਗਲ ਕਰਨੀ ਆ ਕਿ ਨਹੀਂ ਕਰਨੀ। ਸੋ ਜੇ ਕੋਈ ਸਟੇਟ ਚਾਹੇ ਤਾਂ ਉਹਨੂੰ ਬੈਨ ਵੀ ਕਰ ਸਕਦੀ ਆ। ਤੇ ਇਹ ਬੜੀ ਇੰਪੋਰਟੈਂਟ ਜਿਹੜਾ ਹੈਗਾ ਡਿਸੀਜਨ ਹੈ, ਜਿਹੜਾ ਕਿ ਇੱਕ ਰੋ ਵਰਸਸ ਵੇਡ ਜਿਹੜਾ ਕਿ ਅਮਰੀਕਾ ਦੇ ਵਿੱਚ ਲੈਂਡਮਾਰਕ ਕੇਸ ਸਮਝਿਆ ਜਾਂਦਾ ਸੀ, ਉਹਨੂੰ ਓਵਰਰੂਲ ਕਰਨਾ ਇਹ ਛੋਟੀ ਮੋਟੀ ਗੱਲ ਨਹੀਂ, ਇਹ ਬਹੁਤ ਵੱਡੀ ਜਿਹੜੀ ਹੈਗੀ ਆ ਉਹ ਇਹ ਘਟਨਾ ਆ। ਇਹਦੇ ਨਾਲ ਹੁਣ ਜਿਹੜੀਆਂ ਰਿਪਬਲਿਕਨ ਪਾਰਟੀ ਦੀਆਂ ਰੂਲਡ ਸਟੇਟਸ ਨੇ, ਜਿਵੇਂ ਕਿ ਟੈਕਸਸ ਹੋ ਗਿਆ, ਲੂਜ਼ੀਆਨਾ ਹੋ ਗਿਆ, ਐਰੀਜ਼ੋਨਾ ਹੋ ਗਿਆ, ਮਿਸੀਸਿਪੀ ਹੋ ਗਿਆ, ਜਿਹੜੀਆਂ ਇਸ ਕਿਸਮ ਦੀਆਂ ਸਟੇਟਾਂ ਨੇ, ਉਹਨਾਂ ਦੇ ਵਿੱਚ ਇਹ ਲੱਗ ਰਿਹਾ ਕਿ ਹੁਣ ਅਬੋਰਸ਼ਨ ਦੇ ਪ੍ਰਤੀ ਜਿਹੜੇ ਹੈਗੇ ਆ ਉਹ ਸਟ੍ਰਿਕਟ ਲਾਅ ਜਿਹੜੇ ਉਹ ਬਣਨਗੇ ਤੇ ਉਹਨੂੰ ਬੈਨ ਵੀ ਕੀਤਾ ਜਾ ਸਕਦਾ। ਹੁਣ ਸਮਾਂ ਦੱਸੇਗਾ ਕਿ ਇਸ ਤੋਂ ਬਾਅਦ ਕੀ ਹੁੰਦਾ, ਪਰ ਇਹ ਜਿਹੜਾ ਬੜਾ ਕੇਸ ਆ ਇਹਦੇ 'ਤੇ ਹੁਣ ਅੱਗੇ ਚਰਚਾ ਕਈ ਦਿਨ ਹੋਏਗੀ ਤੇ ਕਈ ਪ੍ਰੋਟੈਸਟ ਵੀ ਹੋ ਰਹੇ ਨੇ ਬਹੁਤ ਜ਼ਿਆਦਾ। ਤੇ ਲੇਕਿਨ ਜਿਹੜਾ ਕੋਰਟ ਆ ਸੁਪਰੀਮ ਕੋਰਟ ਅਮਰੀਕਾ ਦੇ ਵਿੱਚ ਸੁਪਰੀਮ ਹੈ, ਸੋ ਉਹਨਾਂ ਨੇ ਜਿਹੜਾ ਹੁਣ ਫੈਸਲਾ ਦਿੱਤਾ ਉਹਦੇ ਤਹਿਤ ਉਹਨਾਂ ਨੇ ਕਹਿਤਾ ਵੀ ਅਬੋਰਸ਼ਨ ਕਰਾਉਣ ਦਾ ਕੋਈ ਵੀ ਕੌਂਸਟੀਟਿਊਸ਼ਨਲ ਰਾਈਟ ਜਾਂ ਹੱਕ ਅਮਰੀਕਾ ਦੇ ਵਿੱਚ ਨਹੀਂ ਹੈ। ਇਸ ਤੋਂ ਬਾਅਦ ਜਿਹੜਾ ਅਗਲਾ ਇੰਪੋਰਟੈਂਟ ਸੁਪਰੀਮ ਕੋਰਟ ਨੇ ਜਿਹੜਾ ਰੂਲਿੰਗ ਦਿੱਤੀ ਆ ਉਹ 6-3 ਨਾਲ ਹੈ ਕਿ 6 ਜੱਜ ਉਹਦੇ ਹੱਕ 'ਚ 3 ਖਿਲਾਫ। ਉਹਨਾਂ ਨੇ ਸੁਪਰੀਮ ਕੋਰਟ on Thursday struck down a New York handgun licensing law that required New Yorkers who want to carry a handgun in public to show a special need to defend themselves. ਇੱਕ ਨਿਊਯਾਰਕ ਸਟੇਟ ਦਾ ਕਾਨੂੰਨ ਸੀਗਾ ਕਿ ਜੇ ਕਿਸੇ ਨੇ ਹੈਂਡਗਨ ਲੈ ਕੇ ਜਿਹੜਾ ਹੈਗਾ ਪਬਲਿਕ 'ਚ ਜਾਣਾ ਤਾਂ ਉਹਨੂੰ ਇਹ ਸ਼ੋਅ ਕਰਨਾ ਪਊਗਾ ਕਿ ਇਹਦੀ ਬਹੁਤ ਲੋੜ ਆ, ਉਹਦੀ ਜਾਨ ਨੂੰ ਖਤਰਾ ਆ, ਜਾਂ ਉਹਨੂੰ ਕੋਈ ਸਪੈਸ਼ਲ ਨੀਡ ਹੈਗੀ ਆ ਆਪਣੇ ਆਪ ਨੂੰ ਡਿਫੈਂਡ ਕਰਨ ਦੀ, ਅਦਰਵਾਈਜ਼ ਉਹ ਨਹੀਂ ਲੈ ਸਕਦਾ। ਸੁਪਰੀਮ ਕੋਰਟ ਨੇ ਹੁਣ ਕਹਿਤਾ ਵੀ ਇਹ ਲਾਅ ਜਿਹੜਾ ਹੈਗਾ ਅਨਕੌਂਸਟੀਟਿਊਸ਼ਨਲ ਆ, ਤੇ ਇਹਨੂੰ ਜਿਹੜਾ ਹੈਗਾ ਉਹ ਜਿਹੜਾ ਅਮਰੀਕਾ ਦਾ ਕੌਂਸਟੀਟਿਊਸ਼ਨ ਆ ਉਹ ਹੱਕ ਦਿੰਦਾ ਆ ਹਥਿਆਰ ਰੱਖਣ ਦਾ, ਤੇ ਇਹ ਉਸ 'ਤੇ ਜਿਹੜਾ ਉਹ ਪਾਬੰਦੀ ਲਾਉਂਦਾ, ਤੇ ਇਸ ਕਰਕੇ ਲਾਅ ਹੀ ਅਨਕੌਂਸਟੀਟਿਊਸ਼ਨਲ ਆ। in far-reaching ruling, the court made clear that the Second Amendment
guarantees the right to keep and bear arms. It protects the broad right to carry a handgun outside the home for self defense. ਜਿਹੜੇ ਅਮਰੀਕਾ ਦੇ ਕੌਨਸਟੀਟਿਊਸ਼ਨ ਦੀ ਸੈਕੰਡ ਅਮੈਂਡਮੈਂਟ ਆ ਉਹ ਇਹ ਹੱਕ ਦਿੰਦੀ ਆ ਕਿ ਜਿਹੜੇ ਅਮਰੀਕਾ ਦੇ ਲੋਕ ਨੇ ਉਹ ਹਥਿਆਰ ਰੱਖ ਸਕਦੇ ਆ ਤੇ ਹਥਿਆਰ ਜਿਹੜਾ ਹੈਗਾ ਉਹ ਆਪਣੇ ਘਰ 'ਚ ਵੀ ਰੱਖ ਸਕਦੇ ਆ, ਬਾਹਰ ਵੀ ਲਿਜਾ ਸਕਦੇ ਆ ਸੈਲਫ ਡਿਫੈਂਸ ਲਈ। ਉਹਦੇ ਵਿੱਚ ਇਹ ਨਹੀਂ ਕੋਈ ਬੰਦਿਸ਼ ਲਾਈ ਗਈ ਕਿ ਜੀ ਇਹ ਜਿਹੜਾ ਹਥਿਆਰ ਹੈ ਤੁਸੀਂ ਘਰ ਹੀ ਰੱਖੋ ਜਾਂ ਇਹਨੂੰ ਬਾਹਰ ਨਾ ਲੈ ਕੇ ਜਾਓ। ਪਰ ਜਿਹੜਾ ਇਹ ਕਾਨੂੰਨ ਬਣਾਇਆ ਸੀ ਨਿਊਯਾਰਕ ਨੇ, ਇਹ ਇਸ ਗੱਲ 'ਤੇ ਪਾਬੰਦੀ ਲਾਉਂਦਾ ਸੀ ਕਿ ਹਥਿਆਰ ਨੂੰ ਤੁਸੀਂ ਬਾਹਰ ਨਹੀਂ ਲਿਜਾ ਸਕਦੇ ਮਤਲਬ ਪਬਲਿਕ ਦੇ ਵਿੱਚ, ਅਨਲੈਸ ਕਿ ਤੁਸੀਂ ਇਹ ਜਿਹੜੀ ਗੱਲ ਸ਼ੋਅ ਕਰੋ ਕਿ ਤੁਹਾਨੂੰ ਇਹਦੀ ਬਹੁਤ ਜ਼ਿਆਦਾ ਲੋੜ ਆ ਆਪਣੀ ਪ੍ਰੋਟੈਕਸ਼ਨ ਲਈ। ਲੇਕਿਨ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਜਿਹੜਾ ਅਮਰੀਕਾ ਦਾ ਕੌਨਸਟੀਟਿਊਸ਼ਨ ਆ ਉਹ ਜਿਹੜਾ ਇਹ ਗਾਰੰਟੀ ਕਰਦਾ ਕਿ ਅਮਰੀਕਨ ਜਿਹੜੇ ਲੋਕ ਨੇ ਜਿਹੜੀ ਸੈਕੰਡ ਅਮੈਂਡਮੈਂਟ ਆ ਉਹ ਹਥਿਆਰ ਰੱਖ ਸਕਦੇ ਆ, ਉਹ ਇਹ ਪਾਬੰਦੀ ਨਹੀਂ ਲਾਉਂਦਾ ਕਿ ਹਥਿਆਰ ਤੁਸੀਂ ਸਿਰਫ ਘਰ 'ਚ ਹੀ ਰੱਖ ਸਕਦੇ ਹੋ ਜਾਂ ਉਹਨਾਂ ਨੂੰ ਬਾਹਰ ਲੈ ਕੇ ਨਹੀਂ ਜਾ ਸਕਦੇ। ਇਸ ਕਰਕੇ ਜਿਹੜਾ ਇਹ ਕਾਨੂੰਨ ਆ ਇਹ ਕੌਨਸਟੀਟਿਊਸ਼ਨ ਦੇ ਅਗੇਂਸਟ ਜਾਂਦਾ। ਅਤੇ ਇਹ ਜਿਹੜੀ ਮਤਲਬ ਜਜਮੈਂਟ ਆ ਇਹ ਵੀ ਬੜੀ ਲੈਂਡਮਾਰਕ ਜਜਮੈਂਟ ਆ, ਜਿਹੜੀ ਕਿ ਇੱਕ ਬਹੁਤ ਹੀ ਜਿਹੜਾ ਪੁਰਾਣਾ ਲਾਅ ਸੀਗਾ ਉਹਨੂੰ ਇਹਨਾਂ ਨੇ ਅਨਕੌਨਸਟੀਟਿਊਸ਼ਨਲ ਜਿਹੜਾ ਉਹ ਕੀਤਾ। ਅਤੇ ਇਹਦੇ ਨਾਲ ਜਿਹੜੀ ਇੱਕ ਗਨ ਕੰਟਰੋਲ ਬਾਰੇ ਹੀ ਜਿਹੜੀ ਕੋਈ ਹੋਰ ਇੰਪੋਰਟੈਂਟ ਖਬਰ ਆ ਉਹ ਇਹ ਹੈਗੀ ਆ ਕਿ ਇੱਕ ਲਾਅ ਪਾਸ ਹੋਇਆ ਜਿਹੜਾ ਕਿ ਬਾਈ ਪਾਰਟੀਜ਼ਨ ਗਨ ਸੇਫਟੀ ਪੈਕੇਜ ਆ। ਉਹ ਕਾਨੂੰਨ ਨੂੰ ਜਿਹੜਾ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਬਾਈਡਨ ਉਹਨਾਂ ਨੇ ਸਾਈਨ ਕੀਤਾ ਅੱਜ, ਅਤੇ ਬਾਈਡਨ ਸਾਈਨਸ ਬਾਈ ਪਾਰਟੀਜ਼ਨ ਗਨ ਸੇਫਟੀ ਪੈਕੇਜ ਇਨਟੂ ਲਾਅ। ਅਤੇ ਇਹ ਜਿਹੜਾ ਕਾਨੂੰਨ ਹੈ ਇਹ ਕਾਂਗਰਸ ਨੇ ਪਾਸ ਕੀਤਾ ਸੀਗਾ, ਸੈਨੇਟ ਨੇ ਕੀਤਾ, ਫਿਰ ਹਾਊਸ ਨੇ ਕੀਤਾ। ਅਤੇ ਇਹਦੇ ਵਿੱਚ ਬੇਸਿਕਲੀ ਜਿਹੜੇ ਬਾਈ ਪਾਰਟੀਜ਼ਨ ਗਰੁੱਪ ਆਫ ਸੈਨੇਟਰਸ ਨੇ ਇਹਨੂੰ ਕਰਾਫਟ ਕੀਤਾ ਸੀ। ਅਤੇ ਇਹਦੇ 'ਚ ਉਹਨਾਂ ਨੇ ਕੁਛ ਹਥਿਆਰਾਂ ਪ੍ਰਤੀ ਜਿਹੜੀ ਹੈਗੀਆਂ ਉਹ ਪਾਬੰਦੀਆਂ ਲਾਈਆਂ ਨੇ। ਅਤੇ ਇੱਕ ਤਾਂ ਇਹਦੇ 'ਚ ਬੇਸਿਕਲੀ ਇਹ ਕਿਹਾ ਗਿਆ ਕਿ ਜਿਹੜੇ ਬੰਦੇ ਨੇ ਹਥਿਆਰ ਲੈਣਾ ਉਹਦੀ ਉਮਰ 21 ਸਾਲ ਤੋਂ ਘੱਟ ਆ, ਉਹਨੂੰ ਲਾਇਸੈਂਸ ਲੈਣ ਵਾਸਤੇ ਅਥਾਰਟੀਜ਼ ਨੂੰ 10 ਬਿਜ਼ਨਸ ਡੇਜ਼ ਦਾ ਟਾਈਮ ਦੇਣਾ ਪਊਗਾ। ਉਹਦਾ ਉਹ ਜਿਹੜਾ ਜੁਵਨਾਈਲ ਅਤੇ ਜਿਹੜਾ ਉਹਦਾ ਮੈਂਟਲ ਅਤੇ ਹੈਲਥ ਰੈਕਡ ਆ ਉਹ ਐਕਸੈਸ ਕਰਨਗੇ, ਅਤੇ ਉਹ ਕਰਕੇ ਇਹ ਜਿਹੜਾ ਹੈਗਾ ਉਹ ਪਤਾ ਕਰ ਸਕਦੇ ਆ ਕਿ ਕੀ ਇਹਨੂੰ ਕੋਈ ਮੈਂਟਲ ਇਸ਼ੂਜ਼ ਤਾਂ ਨਹੀਂ ਹੈਗੇ, ਕੋਈ ਦਿਮਾਗੀ ਤੌਰ 'ਤੇ ਬਿਮਾਰ ਤਾਂ ਨਹੀਂ ਹੈਗਾ। ਅਤੇ ਉਹਦਾ ਬੈਕਗਰਾਊਂਡ ਚੈੱਕ ਜਿਹੜਾ ਹੈਗਾ ਉਹ ਤਾਂ ਹੋਣਾ ਹੀ ਆ, ਉਹਦੇ ਨਾਲ ਉਹਦਾ ਜਿਹੜਾ ਮੈਡੀਕਲ ਰੈਕਡ ਆ ਅਤੇ ਮੈਂਟਲ ਰੈਕਡ ਖਾਸ ਕਰਕੇ ਉਹ ਚੈੱਕ ਕੀਤਾ ਜਾ ਸਕਦਾ। ਅਤੇ ਦਿਸ ਲਾਅ ਵਿਲ enhance background checks for gun buyers under the age of 21 by giving authorities up to 10 business days to review the juvenile and mental health records of young gun purchasers, and makes it unlawful for someone to purchase a gun for someone who would fail a background check. ਜਿਹੜਾ ਬੰਦਾ ਬੈਕਗਰਾਊਂਡ ਚੈੱਕ ਜਿਹੜਾ ਹੈਗਾ ਉਹ 'ਚ ਫੇਲ ਕਰ ਜਾਂਦਾ ਉਹ ਹੁਣ ਗਨ ਜਿਹੜੀ ਆ ਉਹ ਨਹੀਂ ਖਰੀਦ ਸਕੇਗਾ। ਸੋ ਇਹ ਜਿਹੜੀ ਹੈਗੀ ਆ ਇਹ ਪ੍ਰੋਵੀਜ਼ਨ ਹੈਗੀ ਆ ਕਿ ਤੁਸੀਂ ਕਿਸੇ ਹੋਰ ਵਾਸਤੇ ਵੀ ਗਨ ਨਹੀਂ ਲੈ ਸਕਦੇ ਜੇ ਉਹ ਬੈਕਗਰਾਊਂਡ ਚੈੱਕ ਜਿਹੜਾ ਉਹ ਫੇਲ ਕਰਦਾ। ਅਤੇ ਲੇਕਿਨ ਇਹ ਜਿਹੜਾ ਕਾਨੂੰਨ ਆ ਉਹ ਜ਼ਿਆਦਾ ਇਹਦੀ ਜਿਹੜੀ ਹੈਗੀ ਆ ਉਹ ਰੀਚ ਨਹੀਂ ਹੈਗੀ ਬਹੁਤ ਜ਼ਿਆਦਾ, ਕਿਉਂਕਿ ਜਿਹੜੇ ਕਈ ਲੀਡਰ ਸੀ ਉਹ ਚਾਹੁੰਦੇ ਸੀਗੇ ਕਿ ਜਿਹੜਾ ਕਾਨੂੰਨ ਆ ਉਹਦੇ 'ਤੇ ਯੂਨੀਵਰਸਲ ਬੈਕਗਰਾਊਂਡ ਚੈੱਕ ਹੋਣ ਅਤੇ ਅਸੌਲਟ ਰਾਈਫਲਸ 'ਤੇ ਬੈਨ ਲੱਗਣਾ ਚਾਹੀਦਾ, ਪਰ ਉਹ ਇਹ ਨਹੀਂ ਲਾਉਂਦਾ ਕਿਉਂਕਿ ਇਹਦੇ ਉੱਪਰ ਜਿਹੜੀ ਹੈਗੀ ਉਹ ਸਹਿਮਤੀ ਨਹੀਂ ਹੋ ਸਕੀ। ਸੋ ਅਸੌਲਟ ਜਿਹੜੀਆਂ ਰਾਈਫਲਸ ਨੇ ਉਹਨਾਂ ਦੇ ਉੱਤੇ ਜਿਹੜਾ ਹੈਗਾ ਉਹ ਬੈਨ ਨਹੀਂ ਇਹਦੇ ਅੰਦਰ ਲਾਇਆ ਗਿਆ। ਸੋ ਇਹ ਇੰਪੋਰਟੈਂਟ ਜਿਹੜੀਆਂ ਖਬਰਾਂ ਹੈਗੀਆਂ ਇਸ ਵੀਕ ਦੀਆਂ ਜਿਹੜੀਆਂ ਕਾਨੂੰਨ ਦੇ ਨਾਲ ਸੰਬੰਧਿਤ ਨੇ। ਦੋ ਬੜੇ ਸੁਪਰੀਮ ਕੋਰਟ ਦੇ ਇੰਪੋਰਟੈਂਟ ਫੈਸਲੇ ਜਿਹੜੇ ਕਿ ਉਹਨਾਂ ਨੇ ਕੀਤੇ ਨੇ। ਇੱਕ ਜਿਹੜਾ ਰੋ ਵਰਸਸ ਵੇਡ ਨੂੰ ਓਵਰਟਰਨ ਕੀਤਾ ਅਤੇ ਕਿਹਾ ਵੀ ਅਬੋਰਸ਼ਨ ਦਾ ਕੋਈ ਕੌਨਸਟੀਟਿਊਸ਼ਨਲ ਰਾਈਟ ਨਹੀਂ ਹੈ ਅਮਰੀਕਾ ਦੇ ਵਿੱਚ, ਅਤੇ ਦੂਸਰਾ ਜਿਹੜਾ ਉਹਨਾਂ ਨੇ ਨਿਊਯਾਰਕ ਦਾ ਇੱਕ ਬੜਾ ਪੁਰਾਣਾ ਲਾਅ ਸੀ ਉਹਨੂੰ ਓਵਰਟਰਨ ਕੀਤਾ ਜਿਹੜਾ ਕਿ ਕਹਿੰਦਾ ਸੀ ਕਿ ਤੁਸੀਂ ਜਿਹੜਾ ਵੈਪਨ ਆ ਉਹ ਬਾਹਰ ਪਬਲਿਕ 'ਚ ਨਹੀਂ ਲੈ ਕੇ ਜਾ ਸਕਦੇ ਅਨਲੈਸ ਕਿ ਤੁਹਾਨੂੰ ਬਹੁਤ ਜ਼ਿਆਦਾ ਸ਼ੋਅ ਕਰਨਾ ਪੈਂਦਾ ਵੀ ਕੀ ਲੋੜ ਆ। ਉਹ ਵੀ ਉਹਨਾਂ ਨੇ ਓਵਰਟਰਨ ਕਰਤਾ ਕਿ ਜਿਹੜੀ ਸੈਕੰਡ ਅਮੈਂਡਮੈਂਟ ਆ ਕੌਨਸਟੀਟਿਊਸ਼ਨ ਦੀ ਉਹ ਸਾਨੂੰ ਆਗਿਆ ਦਿੰਦੀ ਆ ਕਿ ਅਸੀਂ ਜਿਹੜਾ ਹੈ ਉਹ ਕਿਤੇ ਵੀ ਹਥਿਆਰ ਜਿਹੜਾ ਉਹ ਲਿਜਾ ਸਕੀਏ। ਉਹ 'ਚ ਕੋਈ ਇਸ ਕਿਸਮ ਦੀ ਜਿਹੜੀ ਹੈਗੀ ਆ ਉਹ ਡਿਫਰੈਂਸ਼ੀਏਸ਼ਨ ਨਹੀਂ ਕੀਤੀ ਕਿ ਤੁਸੀਂ ਘਰ 'ਚ ਰੱਖਣਾ ਕਿ ਬਾਹਰ ਰੱਖਣਾ। ਅਤੇ ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਕਿ ਇੱਕ ਸੁਪਰੀਮ ਕੋਰਟ ਦਾ ਹੀ ਫੈਸਲਾ
ਜਿਹਦੇ ਬਾਰੇ ਮੈਂ ਪਿਛਲੀ ਵਾਰੀ ਵੀ ਥੋੜ੍ਹਾ ਬਰੀਫ ਦੱਸਿਆ ਸੀਗਾ। ਕੇਸ ਸੀਗਾ ਐਗਬਰਟ ਵਰਸਸ ਬੋਲੇ। ਇਹਦੇ ਵਿੱਚ ਜੇ ਇੱਕ ਬਾਰਡਰ ਪੈਟਰੋਲ ਜਿਹੜਾ ਏਜੰਟ ਆ ਉਹਨੇ ਮਤਲਬ ਕਿਸੇ US ਸਿਟੀਜ਼ਨ ਦੀ ਪ੍ਰੋਪਰਟੀ ਦੇ ਵਿੱਚ ਉਹ ਆ ਗਿਆ ਅਤੇ ਉਹਨੇ ਵਿਦਆਊਟ ਏ ਵਾਰੰਟ ਕੋਈ ਨਹੀਂ ਸੀਗਾ ਅਸੌਲਟ ਕੀਤਾ, ਜਿਵੇਂ ਕੁੱਟਮਾਰ ਹੋਈ ਉਹਦੀ ਅਮਰੀਕਨ ਸਿਟੀਜ਼ਨ ਦੀ। ਅਤੇ ਉਹ ਫਿਰ ਜਿਹੜਾ ਮਿਸਟਰ ਬੋਲੇ ਆ ਉਹ ਓਨਰ ਹੈਗੇ ਆ ਬੈੱਡ ਐਂਡ ਬ੍ਰੇਕਫਾਸਟ ਨੀਅਰ ਦ US ਕੈਨੇਡਾ ਬਾਰਡਰ। ਅਤੇ ਲਾਅ ਸੂਟ ਦੇ ਮੁਤਾਬਕ 2014 ਵਿੱਚ ਜਿਹੜੇ ਬਾਰਡਰ ਪੈਟਰੋਲ ਏਜੰਟ ਨੇ ਐਗਬਰਟ, ਉਹਨਾਂ ਦੀ ਪ੍ਰੋਪਰਟੀ ਦੇ ਵਿੱਚ ਆ ਗਏ ਅਤੇ ਮਤਲਬ ਪੁੱਛਣ ਲੱਗੇ ਕਿ ਉਹਨਾਂ ਦੇ ਜਿਹੜੇ ਉੱਥੇ ਗੈਸਟ ਨੇ ਕੌਣ ਨੇ। ਅਤੇ ਜਦੋਂ ਉਹਨਾਂ ਨੇ ਮਿਸਟਰ ਬੋਲੇ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਅਰੈਸਟ ਵਾਰੰਟ ਨਹੀਂ ਹੈਗਾ ਅਤੇ ਤੁਹਾਨੂੰ ਇੱਥੇ ਰਹਿਣ ਦਾ ਜਾਂ ਪੁੱਛਣ ਦਾ ਕੋਈ ਹੱਕ ਨਹੀਂ, ਤੁਸੀਂ ਬਾਹਰ ਜਾਓ, ਤਾਂ ਏਜੰਟ ਨੇ ਗੁੱਸੇ 'ਚ ਆ ਕੇ ਮਿਸਟਰ ਬੋਲੇ ਨੂੰ ਜ਼ਮੀਨ 'ਤੇ ਸੁੱਟ ਦੇ ਲਿਆ ਅਤੇ ਉਹਦੀ ਕੁੱਟਮਾਰ ਕੀਤੀ। ਉਦੋਂ ਬਾਅਦ ਮਿਸਟਰ ਬੋਲੇ ਨੇ ਕੰਪਲੇਂਟ ਫਾਈਲ ਕੀਤੀ ਉਹਦੇ ਖਿਲਾਫ ਅਤੇ ਇਹ ਕਿਹਾ ਵੀ ਇਹਨੇ ਮੈਂ ਮਤਲਬ ਅਮਰੀਕਨ ਸਿਟੀਜ਼ਨ ਆ, ਮੇਰੇ ਬਿਜ਼ਨਸ ਦੇ ਵਿੱਚ ਆ ਕੇ ਇਹਨੇ ਇੱਦਾਂ ਦਾ ਜਿਹੜਾ ਹੈਗਾ ਵਿਹਾਰ ਕੀਤਾ ਆ। ਅਤੇ ਉਹ ਫਿਰ ਨਾਲ ਦੀ ਨਾਲ ਉਹਨੇ ਕੇਸ ਕੀਤਾ ਇਹਦੇ ਖਿਲਾਫ ਕਿ ਮੈਨੂੰ ਜਿਹੜੇ ਹੈਗੇ ਡੈਮੇਜਸ ਮਿਲ ਸਕਣ। ਅਤੇ ਉਹ ਕੇਸ ਜਿਹੜਾ ਹੈਗਾ ਉਹ ਚੱਲਦਾ ਰਿਹਾ। ਇੱਕ ਸੁਪਰੀਮ ਕੋਰਟ ਦਾ ਪੁਰਾਣਾ ਕੇਸ ਸੀਗਾ ਬਾਈਵਨਸ ਵਰਸਸ 6 ਅਨਨੋਨ ਨੇਮਡ ਏਜੰਟਸ ਆਫ ਫੈਡਰਲ ਬਿਊਰੋ ਆਫ ਨਾਰਕੋਟਿਕਸ, ਉਹਦੀ ਬੇਸ 'ਤੇ ਕੀਤਾ ਗਿਆ ਹੈ। ਅਤੇ ਲੇਕਿਨ ਹੁਣ ਜਿਹੜਾ ਮਿਸਟਰ ਬੋਲੇ ਜਿਹੜੇ ਬਿਜ਼ਨਸ ਓਨਰ ਨੇ ਨਾਲੇ US ਸਿਟੀਜ਼ਨ ਨੇ, ਉਹਨੇ ਆਰਗਿਊ ਕੀਤਾ ਕਿ ਜਿਹੜਾ ਏਜੰਟ ਸੀ ਐਗਬਰਟ, ਉਹਨੇ 1st ਅਤੇ 4th ਅਮੈਂਡਮੈਂਟ ਦੇ ਜਿਹੜੇ ਰਾਈਟਸ ਨੇ ਉਹਦੇ ਉਹ ਵਾਇਲੇਟ ਕੀਤੇ। ਅਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਕੇਸ ਜਿਹੜਾ ਤੁਸੀਂ ਉਹਦੇ ਖਿਲਾਫ ਨਹੀਂ ਕਰ ਸਕਦੇ। ਅਤੇ ਉਹਨਾਂ ਨੇ ਕਿਹਾ ਕਿ ਜਿਹੜਾ 4th ਅਮੈਂਡਮੈਂਟ ਆ ਉਹਦੇ ਅੰਡਰ ਤੁਹਾਡਾ ਕੇਸ ਜਿਹੜਾ ਉਹ ਨਹੀਂ ਬਣਦਾ ਅਤੇ ਉਹਦੇ ਅੰਡਰ ਜਿਹੜੀ US ਕਾਂਗਰਸ ਨੂੰ ਡਿਸਾਈਡ ਕਰਨਾ ਪਊਗਾ ਵੀ ਕਿਹੜੇ ਜਿਹੜੇ ਹੈਗੇ ਆ ਉਹ ਕੇਸ ਇਸ ਕਿਸਮ ਦੇ ਜਿਹੜੇ ਉਹ ਕੀਤੇ ਜਾ ਸਕਦੇ ਨੇ। ਅਤੇ ਦੂਜਾ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਜੇ ਤੁਸੀਂ ਕਿਸੇ ਦੇ ਅਕੋਰਡਿੰਗ ਟੂ ਦ ਕੋਰਟ ਅ ਲਾਅ ਸੂਟ ਅਗੇਂਸਟ ਅ ਬਾਰਡਰ ਪੈਟਰੋਲ ਏਜੰਟ necessarily implicates national security concerns. Because of that, only Congress should allow such a lawsuit. The court came to this conclusion even though this case involved a low-level officer engaged in routine law enforcement activities against a US citizen on US soil on his own property. ਕੋਰਟ ਦਾ ਇਹ ਕਹਿਣਾ ਆ ਕਿ ਜਿਹੜਾ ਇਹ ਕੇਸ ਹੈ ਇਹਦਾ ਸੰਬੰਧ ਨੈਸ਼ਨਲ ਸਿਕਿਉਰਿਟੀ ਕੰਸਰਨਸ ਦੇ ਨਾਲ ਆ, ਕਿਉਂਕਿ ਜਿਹੜੀ ਉਹ ਇਮੀਗ੍ਰੇਸ਼ਨ 'ਤੇ ਜਿਹੜੀ ਹੈ ਕਸਟਮ ਇਨਫੋਰਸਮੈਂਟ ਦਾ ਜਾਂ ਕਹਿ ਲਓ ਬਾਰਡਰ ਪੈਟਰੋਲ ਦਾ ਜਿਹੜਾ ਏਜੰਟ ਆ ਉਹ ਅਮਰੀਕਨ ਜਿਹੜੀ ਸਿਕਿਉਰਿਟੀ ਆ ਉਹਦੀ ਰੱਖਿਆ ਲਈ ਕੰਮ ਕਰਦਾ ਸੀ। ਸੋ ਇਸ ਕਰਕੇ ਜਿਹੜੀ ਕਾਂਗਰਸ ਆ ਉਹਨੂੰ ਆਥੋਰਾਈਜ਼ ਕਰਨਾ ਪੈਣਾ ਜਿਹੜੀ ਕਿ ਇਸ ਕਿਸਮ ਦਾ ਲਾਅ ਸੂਟ ਜਿਹੜਾ ਉਹ ਆ ਸਕੇ ਕਿ ਨਾ ਆ ਸਕੇ, ਅਤੇ ਇਹਦੀ ਕੋਈ ਸਟੈਂਡਿੰਗ ਨਹੀਂ ਹੈ ਕਰਨ ਦੀ। ਅਤੇ ਕੋਰਟ ਨੇ ਇਹ ਜਿਹੜਾ ਲਾਅ ਸੂਟ ਹੈਗਾ ਇਹ ਕਹਿਤਾ ਕਿ ਇਹ ਠੀਕ ਨਹੀਂ, ਅਤੇ ਉਹ ਜਿਹੜਾ ਏਜੰਟ ਆ ਉਹਦੇ ਹੱਕ ਦੇ ਵਿੱਚ ਰੂਲ ਕੀਤਾ। ਅਤੇ ਇਹਦੇ ਨਾਲ ਨਾਲ ਜਿਹੜੀ ਖਬਰ ਜਿਹੜੀਆਂ ਹੁਣ ਬੌਂਡ ਹੀਅਰਿੰਗਸ ਵਗੈਰਾ ਹੋ ਰਹੀਆਂ ਉਹਨਾਂ ਦੀ ਆ, ਅਤੇ ਸਾਡੇ ਇਸ ਵੀਕ 3 ਜਿਹੜੇ ਕਲਾਇੰਟ ਨੇ ਉਹਨਾਂ ਦੇ ਬੌਂਡ ਹੋਏ ਨੇ। ਉਹਨਾਂ ਵਿੱਚੋਂ 2 ਨੂੰ ਤਾਂ ਆਈਸ ਨੇ ਬੌਂਡ ਕਰਤਾ ਸੀ $3,000 ਦਾ, ਅਤੇ ਇੱਕ ਦਾ ਇਮੀਗ੍ਰੇਸ਼ਨ ਜੱਜ ਅੱਗੇ ਬੌਂਡ ਹੋਇਆ $18,000 ਦਾ। ਸੋ ਜਿਹੜੇ ਬੰਦੇ ਹੁਣ ਆਉਂਦੇ ਆ ਬਾਰਡਰ ਕ੍ਰੋਸ ਕਰਕੇ ਉਹਨਾਂ ਦੇ ਅਜੇ ਤੱਕ ਜਿਹੜੇ ਬਿਆਨ ਨੇ ਕ੍ਰੈਡੀਬਲ ਫੀਅਰ ਹੀਅਰਿੰਗਸ ਵਗੈਰਾ ਨੇ ਉਹ ਜ਼ਿਆਦਾ ਨਹੀਂ ਹੋ ਰਹੀਆਂ। ਉਹਨਾਂ ਨੂੰ ਜਾਂ ਤਾਂ ਆਈਸ ਵਾਲੇ ਛੱਡ ਦਿੰਦੇ ਆ ਬੌਂਡ 'ਤੇ, ਜਾਂ ਫਿਰ ਜਿਹੜੀ ਇਮੀਗ੍ਰੇਸ਼ਨ ਜਿਹੜੇ ਜੱਜ ਹੈਗੇ ਉਹ ਛੱਡਦੇ ਆ, ਅਤੇ ਉਹ ਬਾਹਰ ਆ ਕੇ ਫਿਰ ਆਪਣਾ ਜਿਹੜਾ ਕੇਸ ਹੈਗਾ ਉਹਨੂੰ ਪਰਸਿਊ ਕਰ ਸਕਦੇ ਆ। ਜਿਹੜਾ ਇਹਨਾਂ ਨੇ ਉਹ ਸਿਸਟਮ ਬਣਾ ਰਹੇ ਸੀਗੇ ਕਿ ਫਾਸਟ ਜ਼ਿਆਦਾ ਕਰਨਾ, ਉਹ ਤੁਹਾਨੂੰ ਮੈਂ ਲਾਸਟ ਟਾਈਮ ਦੱਸਿਆ ਸੀ ਕਿ ਟੈਕਸਸ ਤੋਂ ਸ਼ੁਰੂ ਕਰਨ ਦਾ ਕਿਹਾ ਗੌਰਮੈਂਟ ਨੇ ਕਿ ਜਿਹੜੇ ਟੈਕਸਸ ਵਾਲੇ ਸੈਂਟਰ ਨੇ ਉੱਥੋਂ ਸ਼ੁਰੂ ਕਰਨਗੇ, ਅਤੇ ਪਰ ਜਿਹੜੇ ਦੂਜੇ ਸੈਂਟਰ ਨੇ ਉਹਨਾਂ ਉੱਤੇ ਅਜੇ ਇਹ ਜਿਹੜਾ ਸਿਸਟਮ ਹੈਗਾ ਉਹ ਲਾਗੂ ਨਹੀਂ ਹੋਇਆ। ਜਿਹੜਾ ਕਿ ਕਰ ਰਹੇ ਸੀ ਕਿ 45 ਦਿਨ ਦੇ ਅੰਦਰ ਅੰਦਰ ਪਹਿਲਾਂ ਅਸਾਈਲਮ ਅਫਸਰ ਕੋਲ ਜਿਹੜੀ ਇੰਟਰਵਿਊ ਹੋਏਗੀ, ਉਸ ਤੋਂ ਬਾਅਦ ਜੇ ਉਹ ਫੈਸਲਾ ਉਹਦੇ ਖਿਲਾਫ ਕਰਦਾ ਫਿਰ ਜੱਜ ਕੋਲ ਜਾਏਗਾ, ਉਹਦੇ ਕੋਲ 4 ਮਹੀਨੇ ਹੋਣਗੇ। ਉਹ ਇਹ ਜਿਹੜੀ ਸਰਕਾਰ ਆ ਉਹਨੇ ਜਿਹੜੇ ਬਾਕੀ ਸਰਵਿਸ ਸੈਂਟਰ ਹੈਗੇ ਆ ਜਾਂ ਜਿਹੜੇ ਡਿਟੈਂਸ਼ਨ ਸੈਂਟਰ ਨੇ ਉਹਨਾਂ ਦੇ ਵਿੱਚ ਅਜੇ ਉਹ ਲਾਗੂ ਨਹੀਂ ਕੀਤਾ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ PD ਬਾਰੇ ਆ ਕਿ ਅੱਜ ਕੱਲ੍ਹ ਕਾਫੀ ਜਿਹੜੇ ਜੱਜਸ ਨੇ ਉਹ ਆਪਣੇ ਆਪ ਹੀ ਜਿਹੜੀ PD ਆ ਉਹ ਦੇ ਕੇ ਤਾਂ ਕੇਸ ਨੂੰ ਜਿਹੜਾ ਹੈਗਾ ਡਿਸਮਿਸ ਕਰੀ ਜਾ ਰਹੇ ਆ। ਜਿਹੜੇ ਖਾਸ ਕਰਕੇ ਇੰਡੀਵਿਜੂਅਲ ਡੇਟਾ ਈਵਨ ਮਾਸਟਰ ਡੇਟਾ ਦੇ ਉੱਤੇ ਵੀ ਜਿਹੜੇ ਜੱਜ ਨੇ
ਉਹ ਸਰਕਾਰੀ ਵਕੀਲ ਜਿਹੜੇ ਗੌਰਮੈਂਟ ਦੇ ਹੁੰਦੇ ਉਹਨਾਂ ਦੇ ਕਹਿਣ 'ਤੇ ਜਿਹੜੇ ਕੇਸਿਸ ਨੇ ਉਹਨਾਂ ਨੂੰ ਡਿਸਮਿਸ ਕਰ ਦਿੰਦੇ ਆ। ਅਤੇ ਉਹਦੇ ਫਿਰ ਆਪਸ਼ਨ ਇਹ ਹੁੰਦੀ ਆ ਵੀ ਜਾਂ ਤੁਸੀਂ ਉਹਦੀ ਅਪੀਲ ਕਰ ਸਕਦੇ ਹੋ ਅੱਗੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ, ਅਤੇ ਜਾਂ ਤੁਸੀਂ ਅਸਾਈਲਮ ਆਫਿਸ ਦੇ ਵਿੱਚ ਆਪਣਾ ਕੇਸ ਜਿਹੜਾ ਉਹ ਲਾ ਸਕਦੇ ਹੋ। ਅਤੇ ਇਹ ਟਰੈਂਡ ਹੁਣ ਕਾਫੀ ਜ਼ਿਆਦਾ, ਤਕਰੀਬਨ ਹਰੇਕ ਕੇਸ ਦੇ ਵਿੱਚ ਹੀ ਉਹ ਇਹ ਆਫਰ ਕਰਦੇ ਆ ਵੀ ਤੁਸੀਂ ਆਪਣਾ ਕੇਸ ਜਿਹੜਾ ਹੈਗਾ ਉਹ ਡਿਸਮਿਸ ਕਰਾਉਣਾ, PD ਲੈਣੀ ਆ। ਅਤੇ ਜੇ ਤੁਸੀਂ ਨਾ ਕਹਿ ਦੋਗੇ ਤਾਂ ਕੇਸ ਅੱਗੇ ਚੱਲਦਾ ਸੀ, ਪਰ ਅੱਜ ਕੱਲ੍ਹ ਜੱਜ ਉਹ ਨਾ ਵੀ ਨਹੀਂ ਸੁਣਦੇ ਕਈ। ਉਹ ਜੇ ਤੁਸੀਂ ਜਾਂ ਤੁਹਾਡਾ ਵਕੀਲ ਕਹੂਗਾ ਕਿ ਨਹੀਂ ਅਸੀਂ ਜੀ PD ਨਹੀਂ ਲੈਣੀ ਜਾਂ ਅਸੀਂ ਕੇਸ ਜਿਹੜਾ ਹੈਗਾ ਉਹ ਡਿਸਮਿਸ ਨਹੀਂ ਕਰਾਉਣਾ, ਈਵਨ ਦੈਨ ਉਹ ਆਪਣੀ ਜਿਹੜੀ ਮਰਜ਼ੀ ਦੇ ਨਾਲ ਉਹਨੂੰ ਡਿਸਮਿਸ ਕਰ ਦਿੰਦੇ ਆ। ਅਤੇ ਉਸ ਤੋਂ ਬਾਅਦ ਫਿਰ ਆਪਸ਼ਨਾਂ ਜਿਹੜੀਆਂ ਨੇ, ਜਾਂ ਤਾਂ ਉਹਦੀ ਅਪੀਲ ਕਰੋ BIA 'ਚ, ਅਤੇ ਜਾਂ ਫਿਰ ਤੁਸੀਂ ਜਿਹੜਾ ਹੈਗਾ ਉਹ ਅਸਾਈਲਮ ਆਫਿਸ ਕੇਸ ਲਾਓ। ਇਹ ਕਾਫੀ ਜਿਹੜਾ ਹੋ ਰਿਹਾ ਹੁਣ ਅੱਜ ਕੱਲ੍ਹ ਜਿਹੜੀਆਂ ਕਿ ਡੇਟਾਂ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ ਜਿਹੜੀਆਂ ਉਹ ਪੈ ਰਹੀਆਂ ਨੇ। ਅਤੇ ਇਹ ਤਾਂ ਸੀਗੀਆਂ ਜਿਹੜੀਆਂ ਇੰਪੋਰਟੈਂਟ ਖਬਰਾਂ ਨੇ। ਅਤੇ ਹੁਣ ਸਮਾਂ ਹੋ ਗਿਆ ਤੁਹਾਡੇ ਜਿਹੜੇ ਸਵਾਲਾਂ ਦੇ ਜਵਾਬ ਦੇਣ ਦਾ। ਅਤੇ ਸਾਰਿਆਂ ਤੋਂ ਪਹਿਲਾਂ ਤਾਂ ਮੈਂ ਬੜਾ ਧੰਨਵਾਦੀ ਹਾਂ ਕਿ ਜਿਹੜੇ ਤੁਸੀਂ ਮੈਨੂੰ ਸਾਰੇ ਪ੍ਰੇਜ਼ ਕਰ ਰਹੇ ਹੋ, ਮੇਰੀ ਸ਼ਲਾਘਾ ਕਰ ਰਹੇ ਹੋ ਕਿ ਸਾਨੂੰ ਤੁਸੀਂ ਵਧੀਆ ਇਨਫੋਰਮੇਸ਼ਨ ਦਿੰਦੇ ਆ। ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੈਂ ਸੌਖੇ ਸ਼ਬਦਾਂ ਦੇ ਵਿੱਚ ਤੁਹਾਨੂੰ ਜੋ ਵੀ ਇਮੀਗ੍ਰੇਸ਼ਨ ਦੀਆਂ ਘਟਨਾਵਾਂ ਨੇ ਜਾਂ ਜਿਹੜੇ ਹੁਣ ਜੋ ਵੀ ਡਿਵੈਲਪਮੈਂਟਸ ਨੇ ਉਹਨਾਂ ਬਾਰੇ ਦੱਸ ਸਕਾਂ, ਤਾਂ ਕਿ ਤੁਹਾਨੂੰ ਸਮਝ ਆ ਸਕੇ ਵੀ ਕੀ ਹੋ ਰਿਹਾ, ਜਾਂ ਜਿਹੜੀ ਕੋਈ ਬੜੀ ਇੰਪੋਰਟੈਂਟ ਖਬਰ ਆ ਉਹ ਤੁਹਾਡੇ ਧਿਆਨ ਦੇ ਵਿੱਚ ਲੈ ਕੇ ਆ ਸਕਾਂ। ਅਗਲਾ ਸਵਾਲ ਹੈ ਜੀ ਕਿ ਇਹ ਤੁਸੀਂ ਸਾਨੂੰ ਦੱਸੋ ਕਿ ਜਿਹੜੀ F2A ਕੈਟੇਗਰੀ ਆ, ਸਾਡੀ ਪਟੀਸ਼ਨ ਜਿਹੜੀ ਆ ਮੌਮ ਨੇ ਫਾਈਲ ਕੀਤੀ ਸੀ 2018 ਦੇ ਵਿੱਚ, F2A ਕੈਟੇਗਰੀ 'ਚ ਆਉਂਦੀ ਆ। ਕੇਸ NVC ਕੋਲ ਚੱਲ ਗਿਆ 2020 ਦੇ ਵਿੱਚ, ਲੋਕਡਾਊਨ ਤੋਂ ਪਹਿਲਾਂ। ਅਤੇ ਹੁਣ ਕਿੰਨਾ ਟਾਈਮ ਲੱਗੇਗਾ? ਲਾਸਟ ਟਾਈਮ ਵੀ ਤੁਹਾਨੂੰ ਮੈਂ ਦੱਸਿਆ ਸੀ ਵੀ ਜਿਹੜਾ ਜੁਲਾਈ ਦਾ ਵੀਜ਼ਾ ਬੁਲੇਟਿਨ ਆ ਉਹਦੇ ਵਿੱਚ ਕੋਈ ਖਾਸ ਮੂਵਮੈਂਟ ਦੇਖਣ ਨੂੰ ਨਹੀਂ ਮਿਲੀ। ਉਹਦੇ ਮੁਤਾਬਕ ਜਿਹੜੀ F4 ਕੈਟੇਗਰੀ ਆ, ਭਰਾ ਭੈਣ ਦੀ US ਸਿਟੀਜ਼ਨ ਦੀ, ਉੱਥੇ ਚੱਲ ਰਿਹਾ ਜੀ 15 ਸਤੰਬਰ 2005। F3 ਕੈਟੇਗਰੀ ਹੈਗੀ ਆ ਜਿਹੜੇ ਸਿਟੀਜ਼ਨ ਦੇ ਮੈਰਿਡ ਬੱਚੇ, ਉੱਥੇ ਚੱਲ ਰਿਹਾ ਜੀ 22 ਨਵੰਬਰ 2008। F2B ਹੈਗੀ ਆ ਜਿਹੜੇ ਗ੍ਰੀਨ ਕਾਰਡ ਹੋਲਡਰਸ ਦੇ 21 ਸਾਲ ਤੋਂ ਉੱਪਰ ਬੱਚੇ ਆ, 22 ਸਤੰਬਰ 2015। F2A ਕੈਟੇਗਰੀ ਜਿਹੜੀ ਆ ਉਹ 'ਚ ਗ੍ਰੀਨ ਕਾਰਡ ਹੋਲਡਰ ਦੇ ਹਸਬੈਂਡ ਵਾਈਫ ਤੇ 21 ਸਾਲ ਤੋਂ ਘੱਟ ਬੱਚੇ ਆ, ਉਹ ਕਰੰਟ ਆ। ਅਤੇ F1 ਕੈਟੇਗਰੀ ਜਿਹੜੀ ਆ ਉਹ ਹੈਗੀ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨ, ਉਹ ਹੈਗੀ ਆ 1 ਦਸੰਬਰ 2014। ਸੋ F2A ਕੈਟੇਗਰੀ ਦੀ ਤੁਸੀਂ ਗੱਲ ਕਰ ਰਹੇ ਹੋ। ਇਹ ਬੇਸਿਕਲੀ ਜਿਹੜੀ ਹੈਗੀ ਆ ਉਹ ਅਜੇ ਹੈ ਤਾਂ ਕਰੰਟ ਆ, ਪਰ ਅਜੇ ਤੱਕ ਇੰਟਰਵਿਊਜ਼ ਨਹੀਂ ਆ ਰਹੀਆਂ। ਸੋ ਮੇਰੀ ਜਾਣਕਾਰੀ ਦੇ ਮੁਤਾਬਕ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਨੇ ਉਹਨਾਂ ਦੀਆਂ ਇੰਟਰਵਿਊਜ਼ ਹੋ ਰਹੀਆਂ ਨੇ, ਗ੍ਰੀਨ ਕਾਰਡ ਹੋਲਡਰਾਂ ਦੀਆਂ ਅਜੇ ਨਹੀਂ ਹੋ ਰਹੀਆਂ। ਅਗਲਾ ਸਵਾਲ ਹੈ ਜੀ ਕਿ ਮੈਂ ਉਹ ਕਹਿ ਰਹੇ ਨੇ ਕਿ ਪੰਜਾਬ ਤੋਂ ਹਾਂ ਅਤੇ ਬਾਰਡਰ ਕ੍ਰੋਸ ਕਰਕੇ ਅਗਲੇ ਮਹੀਨੇ ਜੇ ਮੈਂ ਆਵਾਂ ਅਤੇ ਇੱਥੇ ਆ ਕੇ ਮਤਲਬ ਕਿਸ ਕਿਸਮ ਦਾ ਮੈਨੂੰ ਜਿਹੜਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ। ਦੇਖੋ, ਪਹਿਲੀ ਗੱਲ ਤਾਂ ਮੈਂ ਰਿਕਮੈਂਡ ਨਹੀਂ ਕਰਦਾ ਕਿ ਕੋਈ ਬਾਰਡਰ ਕ੍ਰੋਸ ਕਰਕੇ ਆਵੇ, ਕਿਉਂਕਿ ਇਹ ਕੰਮ ਜਿਹੜਾ ਰਸਤਾ ਇਲੀਗਲ ਆ। ਜਿੱਥੇ ਲਾਅ ਦੀ ਵਾਇਲੇਸ਼ਨ ਆ ਉਹਦੇ ਨਾਲ ਹੀ ਜਿਹੜੇ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ, ਕਿਉਂਕਿ ਇਹਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਇੱਥੇ ਆ ਕੇ ਤੁਹਾਨੂੰ ਇਸ ਤਰੀਕੇ ਦੇ ਨਾਲ ਕੀ ਤੁਹਾਨੂੰ ਇੱਥੇ ਗ੍ਰੀਨ ਕਾਰਡ ਮਿਲੂਗਾ ਜਾਂ ਅਸਾਈਲਮ ਪਾਸ ਹੋਊਗਾ ਜਾਂ ਕੀ ਆ। ਅਤੇ ਲੇਕਿਨ ਜਿਹੜੇ ਬੰਦੇ ਆਉਂਦੇ ਆ ਉਹ ਜੋ ਹੁਣ ਜਿਹੜਾ ਟਰੈਂਡ ਚੱਲ ਰਿਹਾ ਉਹਨਾਂ ਦੀ ਜਾਣਕਾਰੀ ਲਈ ਇਹ ਗੱਲ ਦੱਸ ਦਿੰਦੇ ਆ ਕਿ ਜਿਹੜਾ ਤੁਸੀਂ ਫੈਮਿਲੀ ਨਾਲ ਆਉਂਦੇ ਹੋ ਤਾਂ ਤੁਹਾਨੂੰ 72 ਘੰਟੇ ਦੇ ਵਿੱਚ ਉਹ ਰਿਲੀਜ਼ ਕਰ ਦਿੰਦੇ ਕਿਸੇ ਗਰੰਟਰ ਕੋਲ। ਅਦਰਵਾਈਜ਼ ਕੀ ਕਰਦੇ ਆ, ਉਹ ਇਮੀਗ੍ਰੇਸ਼ਨ ਕੈਂਪਾਂ ਦੇ ਵਿੱਚ ਜਾਂ ਜਿਹੜੇ ਸੈਂਟਰ ਹੈਗੇ ਉੱਥੇ ਲੈ ਜਾਂਦੇ ਆ। ਉਹਨਾਂ ਦੇ ਵਿੱਚ ਜਿਹੜਾ ਬੌਂਡ ਹੁੰਦਾ, ਜੇ ਤਾਂ ਇਮੀਗ੍ਰੇਸ਼ਨ ਜੱਜ ਬੌਂਡ ਕਰੇ ਉਹ ਥੋੜ੍ਹਾ ਜ਼ਿਆਦਾ, ਅਤੇ ਜਾਂ ਆਈਸ ਵਾਲੇ ਆਪ ਹੀ ਬੌਂਡ ਕਰਕੇ ਵੀ ਛੱਡ ਦਿੰਦੇ ਆ। ਜਿਹੜੀ ਕ੍ਰੈਡੀਬਲ ਫੇਅਰ ਹੀਅਰਿੰਗ ਆ ਜਾਂ ਬਿਆਨ ਨੇ ਉਹ ਨਹੀਂ ਹੁੰਦੇ, ਅਤੇ ਉਹ ਆ ਕੇ ਬਾਹਰ ਬੰਦਾ ਕੇਸ ਆਪਣਾ ਜਿਹੜਾ ਹੈਗਾ ਉਹ ਫਿਰ ਲਾ ਸਕਦਾ। ਅਤੇ ਕਈਆਂ ਨੂੰ ਜਿਹੜੇ ਹੈਗੇ ਜਿਹੜੇ ਸੈਂਟਰ ਨੇ ਉੱਥੇ ਵੀ ਨਹੀਂ ਲੈ ਕੇ ਜਾਂਦੇ, ਇਮੀਗ੍ਰੇਸ਼ਨ ਵਾਲੇ ਆਪ ਹੀ ਆਈਸ ਵਾਲੇ ਕਿਸੇ ਕਰੈਕਟਰ ਕੋਲ ਛੱਡ ਦਿੰਦੇ। ਉਹਨਾਂ ਦਾ ਆਪਣਾ ਜਿਹੜੀ ਹੈਗੀ ਡਿਸਕ੍ਰੈਸ਼ਨ ਹੈ, ਮਰਜ਼ੀ ਆ। ਅਤੇ ਇਹ ਜਿਹੜਾ ਸਿਸਟਮ ਹੈਗਾ ਇਹ ਚੱਲ ਰਿਹਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਅਸਾਈਲਮ ਦੇ ਜਿਹੜੇ ਹੈਗੇ ਆ ਉਹ ਕਿੰਨੇ ਕੁ ਚਾਂਸ ਹੈਗੇ ਪਾਸ ਹੋਣ ਦੇ। ਅਸਾਈਲਮ ਦੇ ਕੇਸ 'ਤੇ ਜੀ ਚਾਂਸ ਤਾਂ ਹੁੰਦੇ ਹੀ ਆ, ਪਰ ਉਹਦੇ ਜਿਹੜੇ 5 ਗਰਾਊਂਡ ਨੇ, ਜਿਨ੍ਹਾਂ ਵਿੱਚ ਕਿ ਪੋਲੀਟੀਕਲ ਓਪੀਨੀਅਨ ਇੱਕ ਗਰਾਊਂਡ ਆ, ਰਿਲੀਜਨ ਇੱਕ ਗਰਾਊਂਡ ਆ, ਉਦੋਂ ਬਾਅਦ ਜਿਹੜਾ ਹੈਗਾ ਮੈਂਬਰਸ਼ਿਪ ਆਫ ਏ ਪਾਰਟੀਕੂਲਰ ਸੋਸ਼ਲ ਗਰੁੱਪ ਇੱਕ ਗਰਾਊਂਡ ਆ, ਅਤੇ ਉਹਦੇ ਨਾਲ ਜਿਹੜਾ ਹੈਗਾ
ਜਿਹੜੇ ਗੇ ਤੇ ਲੈਸਬੀਅਨ ਵਗੈਰਾ ਹੁੰਦੇ ਨੇ ਜਿਹੜੇ, ਉਹ ਵੀ ਗਰਾਊਂਡ ਹੈ। ਇਸ ਕਿਸਮ ਦੇ ਗਰਾਊਂਡ ਹੈਗੇ 5, ਤੇ ਇਹਨਾਂ ਗਰਾਊਂਡਾਂ ਦੇ ਵਿੱਚ ਜੇ ਤੁਹਾਡਾ ਕੇਸ ਆਉਂਦਾ, ਤੁਹਾਡੇ ਕੋਲੇ ਉਹਨੂੰ ਪ੍ਰੂਵ ਕਰਨ ਵਾਸਤੇ ਡਾਕੂਮੈਂਟੇਸ਼ਨ ਵੀ ਹੈਗੀ ਆ, ਜਿੱਦਾਂ ਕਿ ਪਾਰਟੀ ਲੈਟਰ ਹੋ ਗਿਆ, ਐਫੀਡੇਵਿਟਸ ਹੋ ਗਏ, ਮੈਡੀਕਲ ਰੈਕਡ ਹੋ ਗਏ, ਤੇ ਇਸ ਕਿਸਮ ਦੇ ਜਿਹੜੇ ਹੋਰ ਪ੍ਰੂਫ ਨੇ। ਤੇ ਤੁਹਾਡਾ ਜਿਹੜਾ ਕਲੇਮ ਹੈਗਾ ਉਹ ਵੀ ਲੱਗਦਾ ਵੀ ਕ੍ਰੈਡੀਬਲ ਹੈ, ਤਾਂ ਫਿਰ ਤੁਹਾਡਾ ਕੇਸ ਪਾਸ ਹੋ ਸਕਦਾ। ਪਰ ਉਹਦੇ ਨਾਲ ਨਾਲ ਇੱਕ ਹੋਰ ਇਸ਼ੂ ਜ਼ਰੂਰ ਟੈਕਲ ਕਰਨਾ ਪੈਂਦਾ, ਉਹ ਹੈਗਾ ਰੀਲੋਕੇਸ਼ਨ ਦਾ, ਕਿ ਜੱਜ ਨੂੰ ਅਸਾਈਲਮ ਗ੍ਰਾਂਟ ਕਰਨ ਤੋਂ ਪਹਿਲਾਂ ਇਹ ਮੇਕ ਸ਼ੋਰ ਕਰਨਾ ਪੈਂਦਾ ਕਿ ਜਿਹੜੀ ਫਿਊਚਰ ਪਰਸੀਕਿਊਸ਼ਨ ਆ ਉਹ ਵੀ ਹੋ ਸਕਦੀ ਹੈ ਕਿ ਬੰਦਾ ਕਿਤੇ ਹੋਰ ਜਾ ਕੇ ਕਿਸੇ ਹੋਰ ਸਟੇਟ ਦੇ ਵਿੱਚ ਆਪਣੀ ਕੰਟਰੀ 'ਚ ਨਹੀਂ ਰਹਿ ਸਕਦਾ। ਸੋ ਉਹ ਵੀ ਇਸ਼ੂ ਇੱਕ ਜਿਹੜਾ ਹੈਗਾ ਉਹ ਟੈਕਲ ਕਰਨਾ ਪੈਂਦਾ, ਤੇ ਉਹ ਜੇ ਟੈਕਲ ਹੁੰਦਾ ਤਾਂ ਉਹਦੇ ਨਾਲ ਨਾਲ ਕੇਸ ਜਿਹੜੇ ਹੈਗੇ ਉਹ ਪਾਸ ਹੋਣ ਦੇ ਚਾਂਸ ਹੁੰਦੇ ਨੇ। ਪਰ ਇਹ 'ਚ ਇਹ ਨਹੀਂ ਹੁੰਦਾ ਵੀ ਜਿਹੜਾ ਆਉਂਦਾ ਹਰੇਕ ਕੇਸ ਹੀ ਪਾਸ ਹੋ ਜਾਂਦਾ। ਤੇ ਜੇ ਇਹਨਾਂ ਗਰਾਊਂਡਸ ਦੇ ਵਿੱਚ ਆਉਂਦਾ, ਪਰਸੀਕਿਊਸ਼ਨ ਪਹਿਲਾਂ ਹੋਈ ਆ, ਇਹਨਾਂ ਗਰਾਊਂਡਸ ਦੇ ਵਿੱਚ ਉਹਦੀ ਕੁੱਟਮਾਰ ਹੋਈ ਆ, ਪਰਸੀਕਿਊਸ਼ਨ ਹੋਈ ਆ, ਤੇ ਫਿਊਚਰ ਦੇ ਵਿੱਚ ਵੀ ਉਹਨੂੰ ਡਰ ਆ ਵੀ ਇਹ ਕੁਝ ਉਹਦੇ ਨਾਲ ਹੋ ਸਕਦਾ, ਤਾਂ ਇਹ ਕੇਸ ਜਿਹੜਾ ਪਾਸ ਹੋ ਸਕਦਾ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜਿਹੜੇ ਅਸਾਈਲਮ ਦੇ ਗਰਾਊਂਡ ਹੈਗੇ ਨੇ, ਇਹਨਾਂ ਦੇ ਵਿੱਚ ਜੇ ਕੇਸ ਹੋਵੇ ਤੇ ਇਹ ਕੇਸ ਪਾਸ ਹੋਣ ਦੇ ਜਿਹੜੇ ਨੇ ਉਹ ਕਿੰਨੇ ਕੁ ਚਾਂਸ ਨੇ। ਦੇਖੋ, ਆਪਾਂ ਗੱਲ ਕਰਕੇ ਹਟੇ ਹਾਂ ਵੀ ਗਰਾਊਂਡ ਜਿਹੜੇ ਨੇ ਉਹਨਾਂ ਦੇ ਵਿੱਚ ਕੇਸ ਹੋਣਾ ਚਾਹੀਦਾ, ਪਾਸਟ ਪਰਸੀਕਿਊਸ਼ਨ ਹੋਣੀ ਚਾਹੀਦੀ ਆ, ਫਿਰ ਇਹ ਸ਼ੋਅ ਕਰਨਾ ਪੈਂਦਾ ਫਿਊਚਰ ਪਰਸੀਕਿਊਸ਼ਨ ਵੀ ਹੋ ਸਕਦੀ ਆ। ਪਰ ਇਹਦੇ 'ਚ ਕੋਈ ਗਾਰੰਟੀ ਨਹੀਂ ਹੁੰਦੀ, ਕੋਈ ਇਹ ਨਹੀਂ ਹੁੰਦਾ ਵੀ ਆਪਾਂ ਪ੍ਰੈਡਿਕਸ਼ਨ ਕਰ ਸਕਦੇ ਹਾਂ ਵੀ ਸਾਰਾ ਕੁਝ ਠੀਕ ਆ, ਸਾਡੇ ਕੋਲ ਡਾਕੂਮੈਂਟੇਸ਼ਨ ਵੀ ਹੈਗੀ ਆ, ਸਾਡਾ ਕੇਸ ਵੀ ਗਰਾਊਂਡਾਂ 'ਚ ਆਉਂਦਾ ਤੇ ਪਾਸ ਹੋ ਹੀ ਜਾਣਾ। ਫਿਰ ਵੀ ਇਮੀਗ੍ਰੇਸ਼ਨ ਜੱਜ ਦੇ ਹੱਥ ਦੇ ਵਿੱਚ ਬਹੁਤ ਕੁਝ ਹੁੰਦਾ, ਕੰਟਰੀ ਦੇ ਹਾਲਾਤਾਂ ਦੇ ਜਿਹੜੇ ਹੈਗੇ ਨੇ ਕਿਸ ਕਿਸਮ ਦੇ, ਉਹ ਵੀ ਬਹੁਤ ਕੁਝ ਹੁੰਦਾ। ਸੋ ਇਸ ਕਰਕੇ ਇਹਦੇ 'ਚ ਕੋਈ ਆਪਾਂ ਇਹ ਨਹੀਂ ਪ੍ਰੈਡਿਕਸ਼ਨ ਕਰ ਸਕਦੇ ਕਿ ਪਾਸ ਹੋਣਾ ਹੀ ਹੋਣਾ ਜਾਂ ਇਹ ਫੇਲ ਹੋਣਾ ਹੀ ਹੋਣਾ। ਇਹ ਹੈ ਵੀ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਹਾਂ ਕਿ ਬੈਸਟ ਪੋਸੀਬਲ ਤਰੀਕੇ ਨਾਲ ਕੇਸ ਨੂੰ ਜਿਹੜਾ ਉਹ ਪ੍ਰੈਜ਼ੈਂਟ ਕੀਤਾ ਜਾਵੇ। ਅਗਲਾ ਸਵਾਲ ਹੈ ਜੀ ਕਿ F2A ਕੈਟਾਗਰੀ ਫਾਸਟ ਕਰਨ ਲਈ ਰਿਕੁਐਸਟ ਕਰੋ। ਇਹ ਕਾਫੀ ਜ਼ਿਆਦਾ ਵਾਕਈ ਜੀ ਮੈਂ ਇਹਦੇ ਬਾਰੇ ਗੱਲਬਾਤ ਜਿਹੜੀ ਆ ਉਹ ਕਰਦਾ ਆ, ਤੇ ਮੇਰੀ ਹੁਣ ਬਹੁਤ ਜਲਦ ਕੁਝ ਅਮਰੀਕਾ ਦੇ ਲੀਡਰਾਂ ਨਾਲ ਗੱਲਬਾਤ ਹੋਣ ਜਾ ਰਹੀ ਹੈ, ਤੇ ਜਦੋਂ ਵੀ ਹੋਏਗੀ ਤੇ ਮੈਂ ਹੋਪਫੁਲੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਊਂਗਾ ਕਿ ਇਹਨਾਂ ਕੈਟਾਗਰੀਆਂ ਬਾਰੇ, ਜਿਵੇਂ F2A ਹੋ ਗਈ ਜਾਂ F4 ਹੋ ਗਈ, ਜਿੱਥੇ ਸਟਕ ਹੋਇਆ ਕੰਮ, ਇਹ ਅੱਗੇ ਕਿਵੇਂ ਤੁਰੇਗਾ, ਇਹਦੇ ਬਾਰੇ ਮੈਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਉਹ ਸਾਡੀ ਹੋਣ ਜਾ ਰਹੀ ਹੈ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਜੇ ਮੈਕਸੀਕੋ ਤੋਂ ਬੰਦਾ ਕ੍ਰਾਸ ਕਰਕੇ ਆਵੇ ਜਾਂ ਕੈਨੇਡਾ ਤੋਂ ਆਵੇ ਤਾਂ ਕੀ ਫਰਕ ਹੈ। ਕੋਈ ਖਾਸ ਫਰਕ ਨਹੀਂ ਜੀ, ਕਿਉਂਕਿ ਜਦੋਂ ਤੁਸੀਂ ਬਾਰਡਰ ਕ੍ਰਾਸ ਕਰਕੇ ਅਮਰੀਕਾ 'ਚ ਆਉਂਦੇ ਆ ਤਾਂ ਦੋਨਾਂ ਸੂਰਤਾਂ ਦੇ ਵਿੱਚ ਹੀ ਤੁਹਾਨੂੰ ਅਸਾਈਲਮ ਲਾਉਣਾ ਪੈਣਾ, ਤੇ ਇਹਦੇ ਵਿੱਚ ਕੋਈ ਇਸ ਕਿਸਮ ਦੀ ਖਾਸ ਮਤਲਬ ਫਰਕ ਵਾਲੀ ਗੱਲ ਨਹੀਂ ਹੈਗੀ ਕਿ ਇੱਦਾਂ ਦੀ ਵੀ ਕੋਈ ਗੱਲ ਹੈ ਨਹੀਂ ਕਿ ਜਿਹੜੇ ਕੈਨੇਡਾ ਤੋਂ ਆਉਂਦੇ ਉਹਨਾਂ ਨੂੰ ਕੋਈ ਐਡਵਾਂਟੇਜ ਹੁੰਦਾ ਦੂਜਿਆਂ ਨਾਲੋਂ। ਇਹ ਸੇਮ ਹੀ ਆ, ਉਸੇ ਕਿਸਮ ਦਾ ਹੀ ਕੇਸ ਲੱਗਦਾ, ਤੇ ਕੋਈ ਇਹਦੇ 'ਚ ਖਾਸ ਫਰਕ ਨਹੀਂ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੈਂ US ਸਿਟੀਜ਼ਨ ਆ, ਮੈਂ ਆਪਣੇ ਬੇਟੇ ਦਾ 2015 'ਚ ਅਪਲਾਈ ਕੀਤਾ ਸੀਗਾ ਤੇ ਸਾਰਾ ਕੁਝ ਕਲੀਅਰ ਹੋ ਚੁੱਕਾ, ਇੰਡੀਆ ਇੰਟਰਵਿਊ ਨਹੀਂ ਆ ਰਹੀ, ਤੇ ਇਹਨੂੰ ਕਿੰਨਾ ਟਾਈਮ ਲੱਗੂਗਾ। ਇਹ ਇਸ ਤਰ੍ਹਾਂ ਜੀ ਕਿ 2015 'ਚ ਤੁਸੀਂ ਅਪਲਾਈ ਕੀਤਾ ਸਿਟੀਜ਼ਨ ਦਾ, ਤੇ ਜਿਹੜੀ F4 ਕੈਟਾਗਰੀ ਦੇ ਵਿੱਚ ਜੇ ਜਿਹੜੀ F1 ਕੈਟਾਗਰੀ 'ਚ ਜੇ 2014 ਚੱਲ ਰਿਹਾ, ਤੁਸੀਂ ਜੇ ਸ਼ਾਇਦ ਪਹਿਲਾਂ ਗ੍ਰੀਨ ਕਾਰਡ 'ਤੇ ਕੀਤਾ ਹੋਣਾ, ਉਦੋਂ ਬਾਅਦ ਤੁਸੀਂ ਸਿਟੀਜ਼ਨ ਹੋ ਗਏ। ਇਸ ਕੈਟਾਗਰੀ ਨੂੰ ਵੀ ਕਾਫੀ ਟਾਈਮ ਲੱਗ ਰਿਹਾ, ਚਾਹੇ ਤੁਹਾਡਾ ਉਹਨਾਂ ਨੇ ਸਾਰਾ ਕੁਝ ਪੇਪਰ ਵਰਕ ਜਿਹੜਾ ਲੈ ਵੀ ਲਿਆ, ਡਾਕੂਮੈਂਟ ਕੰਪਲੀਟ ਹੋ ਗਏ, ਇਵਨ ਦੈਨ ਇੰਟਰਵਿਊਜ਼ ਜਿਹੜੀਆਂ ਅਜੇ ਨਹੀਂ ਆ ਰਹੀਆਂ, ਵੇਟ ਹੀ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਸਿਟੀਜ਼ਨ ਬੇਟੇ ਨੇ ਪੇਰੈਂਟਸ ਦਾ ਗ੍ਰੀਨ ਕਾਰਡ ਅਕਤੂਬਰ 21 'ਚ ਅਪਲਾਈ ਕੀਤਾ ਸੀ, ਪੇਰੈਂਟ ਦੇ ਫਿੰਗਰਪ੍ਰਿੰਟ ਨਵੰਬਰ 'ਚ ਹੋ ਗਿਆ, ਤਾਂ ਕਿੰਨਾ ਟਾਈਮ ਲੱਗੇਗਾ। ਇਹ ਡਿਪੈਂਡ ਕਰੇਗਾ ਜੀ ਪੇਰੈਂਟਸ ਕਿੱਥੇ ਨੇ। ਜੇ ਤਾਂ ਪੇਰੈਂਟ ਅਮਰੀਕਾ ਦੇ ਵਿੱਚ ਹੈਗੇ ਆ ਫਿਰ ਥੋੜ੍ਹਾ ਜਿਹਾ ਮਤਲਬ ਇੱਥੇ ਵੀ 1.5 ਸਾਲ ਆ ਜਾਂਦਾ, ਪਰ ਟਾਈਮ ਘੱਟ ਆ। ਪਰ ਜੇ ਇੰਡੀਆ 'ਚ ਨੇ ਤਾਂ ਟਾਈਮ ਕਾਫੀ ਲੱਗੇਗਾ, ਕਿਉਂਕਿ ਇਹ ਕੈਟਾਗਰੀ ਦੀਆਂ ਵੀ ਅਜੇ ਇੰਟਰਵਿਊ ਨਹੀਂ ਆ ਰਹੀਆਂ, ਸੋ ਇਹਨੂੰ ਅਜੇ ਤੁਹਾਨੂੰ ਵੇਟ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਰਿਫਿਊਜੀ ਕੇਸ ਪਾਸ ਹੋਣ ਤੋਂ ਬਾਅਦ ਟਰੈਵਲ ਡਾਕੂਮੈਂਟ ਲਈ ਅਪਲਾਈ ਜਿਹੜਾ ਹੈਗਾ ਉਹ ਕੀਤਾ ਜਾ ਸਕਦਾ, ਉਹਨੂੰ ਕਿੰਨਾ ਟਾਈਮ ਲੱਗਦਾ। ਹਾਂਜੀ, ਜਦੋਂ ਕਿਸੇ ਦਾ ਕੇਸ ਅਸਾਈਲਮ ਦਾ ਪਾਸ ਹੋ ਜਾਂਦਾ, ਉਹ ਟਰੈਵਲ ਡਾਕੂਮੈਂਟ ਲਈ ਅਪਲਾਈ ਕਰ ਸਕਦਾ, ਉਹਨੂੰ ਵੀ ਕਾਫੀ ਟਾਈਮ ਲੱਗਦਾ। ਅੱਜ ਕੱਲ੍ਹ ਤਕਰੀਬਨ 3 ਤੋਂ 6 ਮਹੀਨੇ ਦਾ ਟਾਈਮ ਉਹਨੂੰ ਲੱਗ ਰਿਹਾ, ਜ਼ਿਆਦਾ ਵੀ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ F4 ਬਾਰੇ ਵੀ ਕੁਝ ਕਰੋ। ਹਾਂਜੀ, ਮੈਂ ਹੁਣੇ ਦੱਸ ਕੇ ਹਟਿਆ ਕਿ ਜਿਹੜੇ ਅਮਰੀਕਾ ਦੇ ਕੁਝ ਲੀਡਰਾਂ ਨੂੰ ਅਸੀਂ ਮਿਲਣ ਜਾ ਰਹੇ ਹਾਂ ਜਲਦ, ਉਹਨਾਂ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਉਹਨਾਂ ਵਿੱਚ ਸੈਨੇਟਰ ਵੀ ਹੈਗੇ ਆ, ਕਾਂਗਰਸਮੈਨ ਵੀ ਹੈਗੇ ਆ,
ਵੀ ਉਹਨਾਂ ਨੂੰ ਦੱਸਾਂਗੇ ਵੀ F4 ਕੈਟਾਗਰੀ ਜਿਹੜੀ ਆ, F2A ਕੈਟਾਗਰੀ, F2B, ਇਹਨਾਂ ਸਾਰਿਆਂ ਬਾਰੇ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਕੀ ਹੋ ਸਕਦਾ, ਤੇ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿਆਂਗਾ। ਅਗਲਾ ਸਵਾਲ ਹੈ ਜੀ ਕਿ ਜਿਹੜੀ F1 ਕੈਟਾਗਰੀ ਦੇ ਬਾਰੇ ਦੱਸੋ। F1 ਕੈਟਾਗਰੀ ਤਾਂ ਅਨਮੈਰਿਡ ਸਨਸ ਐਂਡ ਡਾਟਰਸ ਆਫ US ਸਿਟੀਜ਼ਨ ਦੀ ਕੈਟਾਗਰੀ ਆ, ਤੇ ਇਹਦੇ 'ਚ ਬੇਸਿਕਲੀ ਜਿਹੜੇ US ਸਿਟੀਜ਼ਨ ਦੇ ਅਨਮੈਰਿਡ ਬੱਚੇ ਨੇ 21 ਸਾਲ ਤੋਂ ਉੱਪਰ, ਉਹ ਕਵਰ ਹੁੰਦੇ ਆ। ਤੇ ਲੇਕਿਨ ਉਹਨਾਂ ਨੂੰ ਅਨਮੈਰਿਡ ਹੋਣਾ ਜ਼ਰੂਰੀ। ਜੇ ਉਹ ਮੈਰਿਡ ਹੋ ਜਾਂਦੇ ਆ ਤਾਂ ਉਹ ਕੈਟਾਗਰੀ ਚੇਂਜ ਹੋ ਕੇ F3 ਕੈਟਾਗਰੀ ਹੋ ਜਾਂਦੀ ਆ। F1 ਕੈਟਾਗਰੀ 'ਚ ਹੁਣ ਇਸ ਟਾਈਮ ਚੱਲ ਰਿਹਾ ਜੀ ਇੰਡੀਆ ਦਾ 1 ਦਸੰਬਰ 2014, ਜਿਹੜੀ F3 ਕੈਟਾਗਰੀ ਚੱਲ ਰਿਹਾ ਜੀ 22 ਨਵੰਬਰ 2008। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰਾ ਜਿਹੜਾ ਹੈਗਾ ਉਹ ਸੈਲਮ ਦਾ ਕੇਸ 9 ਸਰਕਟ ਕੋਰਟ 'ਚ ਅਪੀਲ ਲੱਗੀ ਹੋਈ ਆ, ਤੇ ਇਹਨੂੰ ਕਿੰਨਾ ਟਾਈਮ ਲੱਗੂਗਾ। 9 ਸਰਕਟ ਦੇ ਵਿੱਚ ਟਾਈਮ ਕਾਫੀ ਲੱਗਦਾ ਜੀ। ਅੱਜ ਕੱਲ੍ਹ ਤਕਰੀਬਨ 1.5 ਤੋਂ 2 ਸਾਲ ਲੱਗ ਜਾਂਦੇ ਆ, ਜ਼ਿਆਦਾ ਵੀ ਲੱਗ ਸਕਦੇ ਆ, ਪਰ ਉੱਥੇ ਵੀ ਅੱਜ ਕੱਲ੍ਹ PD ਦੇ ਰਹੇ ਆ, ਤੇ PD ਬਾਰੇ ਉਹ ਇਹਨੂੰ ਜਿਹੜਾ ਹੈਗਾ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਨ ਵਾਸਤੇ ਆਫਰ ਵਗੈਰਾ ਜਿਹੜੀ ਹੈਗੀ ਦੇ ਰਹੇ ਆ ਸਰਕਾਰੀ ਵਕੀਲ। ਹਰੇਕ ਕੇਸ ਨਹੀਂ ਦੇ ਰਹੇ, ਪਰ ਕਈਆਂ 'ਚ ਦੇ ਰਹੇ ਆ, ਤੇ ਉਹ ਵੀ ਇੱਕ ਆਪਸ਼ਨ ਹੋ ਸਕਦੀ ਆ। ਤੇ ਅਗਲਾ ਸਵਾਲ ਹੈ ਜੀ ਕਿ ਜਿਹੜਾ ਮੇਰੇ ਬ੍ਰਦਰ ਦੀ ਫਾਈਨਲ ਡੇਟ ਅਗਲੇ ਮਹੀਨੇ ਵਿੱਚ ਹੈ, ਜੇ ਕੇਸ ਪਾਸ ਹੋ ਗਿਆ ਤਾਂ ਠੀਕ ਹੈ, ਜੇ ਫੇਲ ਹੋ ਗਿਆ ਤਾਂ ਫਿਰ ਮੇਰਾ ਬ੍ਰਦਰ ਜਿਹੜਾ ਹੈਗਾ ਉਹ ਅੱਗੇ ਕੀ ਕਰ ਸਕਦਾ, ਤੇ ਉਹਨੂੰ ਡਿਪੋਰਟ ਕਰਨਗੇ ਜਾਂ ਕੀ ਹੋਏਗਾ। ਦੇਖੋ ਇਸ ਤਰ੍ਹਾਂ ਹੁੰਦਾ, ਜੇ ਤੁਹਾਡੀ ਜਿਹੜੇ ਸੈਲਮ ਦੇ ਕੇਸ ਤੁਸੀਂ ਗੱਲ ਕਰ ਰਹੇ ਹੋ, ਜੇ ਉਹ ਡੇਟ ਇਮੀਗ੍ਰੇਸ਼ਨ ਜੱਜ ਕੋਲ ਹੈਗੀ ਆ, ਜਿਹਦਾ ਪਾਸ ਹੋ ਗਿਆ ਤਾਂ 1 ਸਾਲਾਂ ਬਾਅਦ ਗ੍ਰੀਨ ਕਾਰਡ ਅਪਲਾਈ ਕਰ ਸਕਦਾ। ਜੇ ਨਾ ਹੋਇਆ ਤਾਂ ਉਹਨੂੰ ਅਪੀਲ ਕਰਨ ਦਾ ਰਾਈਟ ਹੁੰਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕੋਲ, ਤੇ ਉਸ ਤੋਂ ਬਾਅਦ ਜੇ ਉੱਥੇ ਵੀ ਨਾ ਹੋਵੇ ਤਾਂ ਫਿਰ ਅਗਲੀ ਅਪੀਲ ਜਿਹੜੀ ਆ ਉਹ ਸਰਕਟ ਕੋਰਟ 'ਚ ਹੁੰਦੀ ਆ। ਤੇ ਸਰਕਟ ਅੱਡੋ ਅੱਡ ਨੇ, ਜਿਵੇਂ ਨਿਊਯਾਰਕ ਜਿਹੜੀਆਂ ਸਟੇਟਾਂ ਨੇ ਉੱਥੇ 2nd ਸਰਕਟ ਆ, ਨਿਊ ਜਰਸੀ 3rd ਸਰਕਟ ਆ, ਜਿਹੜੀਆਂ ਕੈਲੀਫੋਰਨੀਆ, ਵਾਸ਼ਿੰਗਟਨ, ਔਰੇਗਨ ਵਗੈਰਾ ਸਟੇਟਾਂ ਨੇ ਇੱਥੇ 9 ਸਰਕਟ ਕੋਰਟ ਆ। ਸੋ ਇੱਦਾਂ ਫਿਰ ਸਰਕਟ ਕੋਰਟ ਦੇ ਵਿੱਚ ਕੇਸ ਅਪਲਾਈ ਹੁੰਦਾ। ਅਗਲਾ ਸਵਾਲ ਹੈ ਜੀ ਕਿ 180 ਦਿਨ ਦਾ ਕਲੌਕ ਪੂਰਾ ਹੋਣ ਤੋਂ ਬਾਅਦ ਵਰਕ ਪਰਮਿਟ ਕਿੰਨੀ ਦੇਰ 'ਚ ਆਉਂਦਾ। ਇਹ ਡਿਪੈਂਡ ਕਰਦਾ ਜੀ ਕਿ ਜੇ ਤੁਸੀਂ ਫਸਟ ਟਾਈਮ ਕਰ ਰਹੇ ਹੋ ਵਰਕ ਪਰਮਿਟ ਪਹਿਲੀ ਵਾਰੀ, ਤਾਂ ਤੁਸੀਂ ASAP ਦੀ ਮੈਂਬਰਸ਼ਿਪ ਇਹਦੇ ਵਾਸਤੇ ਲਈ ਆ, 180 ਦਿਨ ਹੋ ਗਏ ਤਾਂ ਇਹ ਤਕਰੀਬਨ ਐਵਰੇਜ ਟਾਈਮ ਜਿਹੜਾ ਮਹੀਨੇ ਤੋਂ 1.5 ਮਹੀਨੇ 'ਚ ਆ ਜਾਂਦਾ। ਕਈ ਵਾਰੀ ਜ਼ਿਆਦਾ ਵੀ ਲੱਗ ਸਕਦਾ, ਪਰ ਆਮ ਮਹੀਨੇ ਦੇ 1.5 ਮਹੀਨੇ 'ਚ ਆ ਹੀ ਜਾਂਦੇ ਆ। ਪਰ ਜੇ ਤੁਸੀਂ ਕਰਾ ਰਹੇ ਹੋ ਰਿਨਿਊ, ਵੀ ਤੁਹਾਨੂੰ ਪਹਿਲਾਂ ਮਿਲਿਆ ਦੁਬਾਰਾ, ਉਹਨੂੰ ਤਾਂ ਅੱਗੇ 13-14 ਮਹੀਨੇ ਲੱਗਦੇ ਸੀ, ਹੁਣ ਇਹ ਕਹਿ ਰਹੇ ਆ ਟਾਈਮ ਘੱਟ ਕਰਨ ਵਾਸਤੇ, ਪਰ ਉਹਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ। ਪਰ ਜਿਹੜਾ ਫਸਟ ਟਾਈਮ ਵਾਲਾ ਉਹ ਜਲਦੀ ਆ ਜਾਂਦਾ। ਤੇ ਅਗਲਾ ਸਵਾਲ ਜੀ ਕਿ ਸੈਲਮ ਕੇਸ 'ਚ ਫਿੰਗਰਪ੍ਰਿੰਟ ਤੋਂ ਬਾਅਦ ਇੰਟਰਵਿਊ ਜਿਹੜੀ ਆ ਉਹ ਕਿੰਨੀ ਦੇਰ 'ਚ ਆ ਸਕਦੀ। ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਜੀ, ਕਿਉਂਕਿ ਫਿੰਗਰਪ੍ਰਿੰਟ ਦਾ ਇੰਟਰਵਿਊ ਨਾਲ ਕੋਈ ਖਾਸ ਸੰਬੰਧ ਨਹੀਂ ਆ। ਫਿੰਗਰਪ੍ਰਿੰਟ ਤਾਂ ਉਹ ਰੂਟੀਨ 'ਚ ਹਰ ਕੇਸ 'ਚ ਕਰਦੇ ਆ, ਜਦੋਂ ਕੇਸ ਲਾਉਂਦੇ ਆ ਉਦੋਂ ਬਾਅਦ ਕਈਆਂ ਨੂੰ ਇੰਟਰਵਿਊ ਤਾਂ ਮਹੀਨੇ 2 ਮਹੀਨੇ 'ਚ ਦੇ ਦਿੰਦੇ ਆ, ਕਈਆਂ ਨੂੰ ਸਾਲ 2 ਸਾਲ, ਇੱਥੇ ਮਤਲਬ 5-5 ਸਾਲ ਵੀ ਹੋ ਗਏ ਇੰਟਰਵਿਊ ਨਹੀਂ ਆਈ। ਪਰ ਜਿਹੜਾ ਵਰਕ ਪਰਮਿਟ ਆ ਉਹ 6 ਮਹੀਨੇ ਬਾਅਦ ਮਿਲ ਜਾਂਦਾ, ਉਹ ਤੁਸੀਂ ਅਪਲਾਈ ਕਰ ਸਕਦੇ ਹੋ 180 ਦਿਨ ਬਾਅਦ ASAP ਦੀ ਮੈਂਬਰਸ਼ਿਪ ਲੈ ਕੇ, ਤਾਂ ਫਿਰ ਉਹ ਵਰਕ ਪਰਮਿਟ ਆ ਜਾਂਦਾ, ਇੰਟਰਵਿਊ ਆਵੇ ਜਾਂ ਨਾ ਆਵੇ। ਪਰ ਜੇ ਇੰਟਰਵਿਊ ਆ ਗਈ, ਤੁਸੀਂ ਮਿਸ ਕਰਤੀ, ਫਿਰ ਉਹ ਜਿਹੜਾ ਵਰਕ ਪਰਮਿਟ ਦਾ ਟਾਈਮ ਉੱਥੇ ਉਹ ਬੰਦ ਹੋ ਜਾਂਦਾ। ਸੋ ਜੇ ਇੰਟਰਵਿਊ ਆਵੇ, ਉਹ ਇੰਟਰਵਿਊ ਕਰਨੀ ਬਹੁਤ ਜ਼ਰੂਰੀ ਆ ਤਾਂ ਕਿ ਵਰਕ ਪਰਮਿਟ ਦਾ ਜਿਹੜਾ ਟਾਈਮ ਆ ਉਹ ਨਾ ਬੰਦ ਹੋਵੇ। ਅਗਲਾ ਸਵਾਲ ਹੈ ਜੀ ਕਿ ਸਿਟੀਜ਼ਨ ਬੇਟੇ ਨੇ ਪੇਰੈਂਟਸ ਦਾ ਅਪਲਾਈ ਕੀਤਾ ਆ, ਤੇ ਇਹਨੂੰ ਇੰਨਾ ਟਾਈਮ ਜ਼ਿਆਦਾ ਕਿਉਂ ਲੱਗ ਰਿਹਾ। ਇਹਨੂੰ ਟਾਈਮ ਲੱਗ ਰਿਹਾ ਜੀ ਅੱਜ ਕੱਲ੍ਹ ਸਾਰੀਆਂ ਕੈਟਾਗਰੀਜ਼ ਨੂੰ ਲੱਗ ਰਿਹਾ, ਸਿਰਫ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਆ ਉਸ ਕੈਟਾਗਰੀ ਨੂੰ ਟਾਈਮ ਘੱਟ ਲੱਗਦਾ, ਬਾਕੀਆਂ ਨੂੰ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਅਸੀਂ ਸੈਲਮ ਦਾ ਕੇਸ ਲਾਉਣਾ ਚਾਹੁੰਦੇ ਆ ਤੁਹਾਡੇ ਕੋਲ, ਤੇ ਤੁਹਾਡੇ ਕੇਸ ਬਹੁਤ ਪਾਸ ਹੋਏ ਨੇ, ਤੇ ਅਸੀਂ ਤੁਹਾਨੂੰ ਆਪਣਾ ਕੇਸ ਦੇਣਾ ਚਾਹੁੰਦੇ। ਤੁਹਾਡਾ ਕੰਟੈਕਟ ਨੰਬਰ ਕੀ ਆ। ਦੇਖੋ ਮੇਰੇ ਜਿਹੜੇ ਆਫਿਸ ਦੇ ਨੰਬਰ ਨੇ, ਜਿਹੜਾ ਨਿਊਯਾਰਕ ਆਫਿਸ ਹੈਗਾ ਉਹਦਾ ਹੈਗਾ 7185338444। ਫਰੀਮੌਂਟ ਵਾਲਾ ਜਿਹੜਾ ਕੈਲੀਫੋਰਨੀਆ ਦਾ ਨੰਬਰ ਆ 5106576444। ਉਦੋਂ ਬਾਅਦ ਆਹ ਨੰਬਰ ਜਿਹੜਾ ਸੈੱਲ ਫੋਨ ਹੈਗਾ 9179154142। ਤੁਸੀਂ ਈਮੇਲ ਵੀ ਕਰ ਸਕਦੇ ਹੋ jpsinghattorney@gmail 'ਤੇ ਜਾਂ jaspreetsinghlawoffice@gmail 'ਤੇ, ਇੱਥੇ ਤੁਸੀਂ ਮੈਨੂੰ ਕੰਟੈਕਟ ਜਦੋਂ ਮਰਜ਼ੀ ਸਾਨੂੰ ਕਰ ਸਕਦੇ ਹੋ। ਅਗਲਾ ਸਵਾਲ ਹੈ ਜੀ ਕਿ ਮੈਂ ਅਪ੍ਰੈਲ ਵਿੱਚ ਬਾਰਡਰ ਕ੍ਰੋਸਿੰਗ ਕਰਕੇ ਆਇਆ ਸੀ, ਪਰ ਮੈਨੂੰ ਕੋਈ ਡੇਟ ਨਹੀਂ ਦਿੱਤੀ। ਹਾਂਜੀ, ਇਹ ਡੇਟ ਜਿਹੜੀ ਆ ਇਹ ਅੱਜ ਕੱਲ੍ਹ ਇਮੀਗ੍ਰੇਸ਼ਨ ਦੀ ਮਰਜ਼ੀ ਆ, ਉਹ ਕਈ ਵਾਰ ਡੇਟ ਦਿੰਦੇ, ਕਈ ਵਾਰ ਨਹੀਂ ਦਿੰਦੇ। ਸੋ ਜੇ ਇਹਦੇ ਤੁਸੀਂ ਜਾ ਕੇ ਆਪ ਡੇਟ ਨਹੀਂ ਲੈ ਸਕਦੇ, ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਅਗਲਾ ਸਵਾਲ ਹੈ ਜੀ ਕਿ
ਅਸੈਲਮ ਗ੍ਰਾਂਟ ਹੈ, ਮੇਰਾ ਰਿਫਿਊਜੀ ਟਰੈਵਲ ਪਾਸਪੋਰਟ 'ਤੇ ਸਫ਼ਰ ਕਰ ਸਕਦਾ ਵਿਦਆਊਟ ਗ੍ਰੀਨ ਕਾਰਡ। ਦੇਖੋ ਇਸ ਤਰ੍ਹਾਂ ਆ ਕਿ ਤੁਸੀਂ ਰਿਫਿਊਜੀ ਟਰੈਵਲ ਡਾਕੂਮੈਂਟ 'ਤੇ ਆਪਣੀ ਕੰਟਰੀ ਨਹੀਂ ਜਾ ਸਕਦੇ। ਵੀ ਜੇ ਤੁਸੀਂ ਇਹ ਸੋਚੋ ਵੀ ਉੱਥੇ ਇੰਡੀਆ ਚੱਲ ਜਾਓਗੇ, ਉੱਥੇ ਤੁਸੀਂ ਬਾਕੀ ਕੰਟਰੀਆਂ ਜਾ ਸਕਦੇ ਹੋ, ਜਿਵੇਂ ਫਰਜ਼ ਕਰੋ ਇੰਗਲੈਂਡ ਜਾ ਸਕਦੇ ਹੋ, ਕੈਨੇਡਾ ਜਾ ਸਕਦੇ ਹੋ, ਜਾਂ ਜਿਹੜੇ ਇਸ ਕਿਸਮ ਦੇ ਮੁਲਕ ਨੇ, ਪਰ ਆਪਣੀ ਕੰਟਰੀ ਨਹੀਂ ਜਾ ਸਕਦੇ, ਉੱਥੇ ਤੁਸੀਂ ਟਰੈਵਲ ਨਹੀਂ ਕਰ ਸਕਦੇ। ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਮੇਰੀ ਬੇਟੀ ਸਟੱਡੀ ਵੀਜ਼ੇ 'ਤੇ USA ਵਿੱਚ ਆਈ ਹੈ, ਕੀ ਫਾਦਰ ਮਦਰ ਨੂੰ ਵੀਜ਼ਾ ਮਿਲ ਸਕਦਾ? ਕੋਈ ਗਰੰਟੀ ਨਹੀਂ ਜੀ, ਕਿਉਂਕਿ ਜੇ ਬੱਚਾ ਇੱਥੇ ਸਟੂਡੈਂਟ ਵੀਜ਼ੇ 'ਤੇ ਹੈਗਾ F1 'ਤੇ, ਉਹਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਮਾਂ-ਬਾਪ ਨੂੰ ਵੀ ਜਿਹੜਾ ਹੈਗਾ ਉਹ ਵਿਜ਼ਟਰ ਵੀਜ਼ਾ ਮਿਲ ਜਾਏਗਾ। ਉਹ ਕੋਈ ਪੱਕਾ ਸ਼ੋਰ ਨਹੀਂ ਹੈ। ਅਤੇ ਅਗਲਾ ਸਵਾਲ ਹੈ ਜੀ ਕਿ ਜੇ ਹੁਣ ਨਵੇਂ ਬੰਦੇ ਇੱਥੇ ਅਮਰੀਕਾ 'ਚ ਇਲੀਗਲ ਐਂਟਰ ਕਰਦੇ ਨੇ, ਉਹਨਾਂ ਨੂੰ ਰਿਪੋਰਟ ਕਰਦੇ ਆ। ਇਹ ਡਿਪੈਂਡ ਕਰਦਾ ਜੀ, ਜੇ ਉਹ ਬੰਦਾ ਅਸਾਈਲਮ ਕਲੇਮ ਕਰਦਾ ਕਿ ਮੈਨੂੰ ਖਤਰਾ, ਮੈਂ ਨਹੀਂ ਜਾ ਸਕਦਾ, ਫਿਰ ਤਾਂ ਨਹੀਂ ਰਿਪੋਰਟ ਕਰਦੇ। ਉਹਨੂੰ ਉਹ NTA ਦੇ ਕੇ ਜਾਂ ਪੇਪਰ ਦੇ ਕੇ ਤੇ ਛੱਡ ਦਿੰਦੇ ਆ ਕਿਸੇ ਗਰੰਟਰ ਜਿਹੜਾ ਹੈਗਾ ਉਹਦੀ ਕਸਟਡੀ 'ਚ, ਅਤੇ ਉੱਥੇ ਉਹ ਆਪਣਾ ਕੇਸ ਲੜ ਸਕਦਾ। ਪਰ ਜੇ ਉਹ ਆ ਕੇ ਕਹੂਗਾ ਮੈਨੂੰ ਖਤਰਾ ਕੋਈ ਨਹੀਂ, ਅਤੇ ਫਿਰ ਉਹਨੂੰ ਜਿਹੜਾ ਉਹ ਰਿਪੋਰਟ ਕਰ ਸਕਦੇ। ਪਰ ਜੋ ਕਹਦੇ ਮੈਨੂੰ ਖਤਰਾ ਆ ਤਾਂ ਫਿਰ ਰਿਪੋਰਟ ਨਹੀਂ ਕਰਦੇ। ਅਗਲਾ ਸਵਾਲ ਹੈ ਜੀ ਕਿ ਮੈਂ ਆਪਣੀ ਵਾਈਫ ਦਾ ਫਿਆਂਸੇ ਵੀਜ਼ਾ ਅਪਲਾਈ ਕੀਤਾ ਹੋਇਆ, 14 ਮਹੀਨੇ ਹੋ ਗਏ ਤੱਕ ਅਪਰੂਵਲ ਨਹੀਂ ਆਈ। ਕਾਫੀ ਟਾਈਮ ਲੱਗ ਰਿਹਾ ਜੀ। ਇਹ ਜਿਹੜੀ ਇਹ ਕੈਟੇਗਰੀ ਹੈ ਫਿਆਂਸੇ ਨੂੰ ਵੀ ਬਹੁਤ ਲੱਗ ਰਿਹਾ। ਸਿਰਫ ਇੱਕੋ ਹੀ ਕੈਟੇਗਰੀ ਜਿਹੜੀ US ਸਿਟੀਜ਼ਨ ਦੇ ਹਸਬੈਂਡ ਵਾਈਫ ਦੀ ਆ, ਉਹਦੀਆਂ ਇੰਟਰਵਿਊਜ਼ ਹੋ ਰਹੀਆਂ ਨੇ, ਬਾਕੀ ਜਿਹੜੀਆਂ ਨਹੀਂ ਹੋ ਰਹੀਆਂ। ਅਗਲਾ ਸਵਾਲ ਹੈ ਜੀ ਕਿ ਜਿਹੜੇ ਨਵੇਂ ਬੰਦੇ ਅਮਰੀਕਾ ਦੇ ਵਿੱਚ ਆਉਂਦੇ ਆ ਬਾਰਡਰ ਕ੍ਰਾਸ ਕਰਕੇ, ਉਹਨਾਂ ਬਾਰੇ ਦੱਸੋ। ਦੇਖੋ ਉਹਨਾਂ ਬਾਰੇ ਮੈਂ ਦੱਸ ਕੇ ਹਟਿਆ ਤੁਹਾਨੂੰ। ਜਿਹੜੇ ਨਵੇਂ ਬੰਦੇ ਜਿਹੜੇ ਆਉਂਦੇ, ਜਿਹੜੇ ਤਾਂ ਫੈਮਿਲੀ ਦੇ ਨਾਲ ਆਉਂਦੇ, ਜਿਵੇਂ ਹਸਬੈਂਡ ਵਾਈਫ ਬੱਚੇ, ਉਹਨਾਂ ਨੂੰ 72 ਘੰਟੇ ਦੇ ਵਿੱਚ ਇਹ ਕਿਸੇ ਗਰੰਟਰ ਦੀ ਕਸਟਡੀ ਛੱਡ ਦਿੰਦੇ ਆ। ਜਿਹੜੇ ਉੱਦਾਂ ਆਉਂਦੇ ਜਿਨ੍ਹਾਂ ਦੀ ਉਮਰ 18 ਤੋਂ ਉੱਪਰ ਆ, ਅਤੇ ਉਹਨਾਂ ਨੂੰ ਇਹ ਜਾਂ ਤਾਂ ਕਿਸੇ ਜਿਹੜਾ ਇਮੀਗ੍ਰੇਸ਼ਨ ਦਾ ਡਿਟੈਂਸ਼ਨ ਸੈਂਟਰ ਆ ਉੱਥੇ ਲੈ ਜਾਂਦੇ ਆ। ਉੱਥੇ ਜਾ ਕੇ ਫਿਰ ਆਈਸ ਬਾਉਂਡ ਕਰਦੀ ਹੈ ਜਾਂ ਇਮੀਗ੍ਰੇਸ਼ਨ ਜੱਜ ਬਾਉਂਡ ਕਰਦਾ। ਇਮੀਗ੍ਰੇਸ਼ਨ ਜੱਜ ਦਾ ਬਾਉਂਡ ਜ਼ਿਆਦਾ ਹੁੰਦਾ, ਆਈਸ ਦਾ ਘੱਟ ਆ। ਜਾਂ ਫਿਰ ਇਹਨਾਂ ਨੂੰ ਉੱਥੋਂ ਪੋਸਟ ਤੋਂ ਹੀ ਛੱਡ ਦਿੰਦੇ ਆ। ਸੋ ਇਹ ਉਹਨਾਂ 'ਤੇ ਡਿਪੈਂਡ ਕਰਦਾ। ਸੋ ਇਸ ਤਰੀਕੇ ਨਾਲ ਬੰਦਿਆਂ ਨੂੰ ਉਹ ਰਿਲੀਜ਼ ਕਰ ਰਹੇ ਆ। ਅਗਲਾ ਸਵਾਲ ਹੈ ਜੀ ਕਿ ਮੇਰਾ 10 ਸਾਲ ਦਾ ਗ੍ਰੀਨ ਕਾਰਡ ਮੇਰਾ ਆਇਆ ਸੀ, ਉਹ ਗੁੰਮ ਹੋ ਗਿਆ, ਤਾਂ ਮੈਂ ਹੁਣ ਕੀ ਕਰਾਂ? ਉਹਨੂੰ ਰਿਨਿਊ ਕਰਾਉਣ ਵਾਸਤੇ ਜਾਂ ਦੁਬਾਰਾ ਲੈਣ ਵਾਸਤੇ I-90 ਫਾਰਮ ਭਰਨਾ ਪੈਣਾ। ਅਤੇ I-90 ਫਾਰਮ ਭਰ ਕੇ ਤੁਸੀਂ ਉਹਦੀ ਜਿਹੜੀ ਹੈਗੀ ਰਿਨਿਊਅਲ, ਜੇ ਗੁੰਮ ਹੋ ਗਿਆ ਲੋਸ, ਤਾਂ ਵੀ ਉਹਨੂੰ ਦੁਬਾਰਾ ਲੈਣ ਵਾਸਤੇ ਅਪਲਾਈ ਕਰ ਸਕਦੇ ਹੋ। ਜੇ ਕਿਸੇ ਨੇ ਰਿਨਿਊ ਕਰਾਉਣਾ ਹੋਵੇ, ਉਹਦਾ ਵੀ I-90 ਫਾਰਮ ਹੀ ਹੁੰਦਾ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ 18 ਮਾਰਚ 22 ਨੂੰ ਫਾਈਲ ਹੋਇਆ ਸੀ, ਪਹਿਲਾ ਲੈਟਰ ਆ ਗਿਆ, ਅਤੇ ਮੇਰਾ ਕਲੌਕ ਸਟਾਰਟ ਹੈ ਕਿ ਨਹੀਂ? ਹਾਂਜੀ, ਜੇ ਉਹ ਲੈਟਰ ਆ ਗਿਆ ਤਾਂ ਜਿਹੜਾ ਡੇਟ ਤੁਹਾਡੀ ਜਿਹੜੀ ਡੇਟ ਦਾ ਲੈਟਰ ਆਇਆ ਉੱਥੋਂ ਕਲੌਕ ਸ਼ੁਰੂ ਹੋ ਜਾਂਦਾ, ਅਤੇ ਤੁਹਾਨੂੰ ਫਿੰਗਰਪ੍ਰਿੰਟ ਕਰਾਉਣੇ ਪੈਂਦੇ ਜਦੋਂ ਆਉਂਦੇ ਆ। ਜੇ ਇੰਟਰਵਿਊ ਡੇਟ ਆਈ ਤਾਂ ਜਾਣਾ ਪੈਂਦਾ, ਜੇ ਇੰਟਰਵਿਊ 'ਤੇ ਨਾ ਜਾਓ ਤਾਂ ਕਲੌਕ ਬੰਦ ਹੋ ਸਕਦਾ, ਜੇ ਫਿੰਗਰਪ੍ਰਿੰਟ ਨਾ ਕਰਾਓ ਤਾਂ ਵੀ ਬੰਦ ਹੋ ਸਕਦਾ। ਸੋ ਇਹ ਕਲੌਕ ਜਿਹੜੀ ਡੇਟ ਦਾ ਤੁਹਾਡਾ ਲੈਟਰ ਆਇਆ, ਵੀ ਕਹਿੰਦੇ ਹੋ 18 ਮਾਰਚ ਦਾ ਡੇਟ ਆ, ਉਹ ਡੇਟ ਤੋਂ ਹੀ ਚੱਲਣਾ ਚਾਹੀਦਾ ਕਲੌਕ। ਅਗਲਾ ਸਵਾਲ ਹੈ ਜੀ ਕਿ ਗ੍ਰੀਨ ਕਾਰਡ ਮੈਰਿਜ 'ਤੇ ਜਦੋਂ ਇੰਟਰਵਿਊ ਹੋਵੇ ਤਾਂ ਡਾਕੂਮੈਂਟ ਕੁਆਲੀਫਾਈ ਹੋ ਜਾਣ, 1.5 ਸਾਲ ਤੋਂ ਉੱਤੇ ਹੋ ਗਿਆ, ਇਹਨੂੰ ਕਿੰਨਾ ਟਾਈਮ ਲੱਗੇਗਾ? ਇਹਨੂੰ ਅੱਜ ਕੱਲ੍ਹ ਟਾਈਮ ਲੱਗ ਰਿਹਾ ਜੀ। ਹੁਣੇ ਪਤਾ ਨਹੀਂ ਤੁਹਾਡੀ ਕਿਹੜੀ ਕੈਟੇਗਰੀ ਆ। ਇਹ ਜਿਹੜੀਆਂ F4 ਕੈਟੇਗਰੀ ਆ ਉਹਨੂੰ ਬਹੁਤ ਟਾਈਮ ਲੱਗ ਰਿਹਾ, F3 ਨੂੰ ਬਹੁਤ ਲੱਗ ਰਿਹਾ। ਸਿਰਫ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਨੇ ਉਹਨਾਂ ਨੂੰ ਟਾਈਮ ਜਿਹੜਾ ਉਹ ਘੱਟ ਲੱਗ ਰਿਹਾ। ਅਗਲਾ ਸਵਾਲ ਹੈ ਜੀ ਕਿ ਸਰ ਸਾਡਾ ਕੇਸ F4 ਕੈਟੇਗਰੀ 'ਚ 17 ਜੁਲਾਈ 2006 ਦਾ ਕੇਸ ਆ, ਪਰ ਇਹ ਤੱਕ ਕੋਈ ਅਪਡੇਟ ਨਹੀਂ ਆਈ, ਇਹਨੂੰ ਕਿੰਨਾ ਟਾਈਮ ਲੱਗ ਸਕਦਾ? ਅਜੇ ਤਾਂ ਜੀ ਉੱਥੇ 15 ਸਤੰਬਰ 2005 ਚੱਲ ਰਿਹਾ, ਅਤੇ ਇਹਨੂੰ ਕਾਫੀ ਟਾਈਮ ਜਿਹੜਾ ਹੋਰ ਲੱਗ ਸਕਦਾ। ਅਗਲਾ ਸਵਾਲ ਹੈ ਜੀ ਕਿ ਜਿਹੜੇ ਲੂਜ਼ੀਆਨਾ ਕੋਰਟ ਦੇ ਵਿੱਚ ਸਾਡੇ ਬੰਦੇ ਕੋਈ ਹੈਗੇ ਆ, ਤਾਂ ਉਹਨਾਂ ਨੂੰ ਜਿਹੜਾ ਹੈਗਾ ਬੌਂਡ ਹੋ ਸਕਦਾ। ਹਾਂਜੀ, ਬੌਂਡ ਤਾਂ ਸਾਰੀਆਂ ਕੋਰਟਾਂ 'ਚ ਹੀ ਹੋ ਰਹੇ ਆ, ਲੇਕਿਨ ਜਿਹੜੇ ਹੈਗੇ ਆ ਉਹ ਇਮੀਗ੍ਰੇਸ਼ਨ ਜੱਜ ਕੋਲ ਹੋਵੇ ਜਾਂ ਆਈਸ ਕੋਲ ਹੋਵੇ, ਉਹ ਸਾਰੀਆਂ ਜਗ੍ਹਾ 'ਤੇ ਟੈਕਸਸ ਵੀ ਹੋ ਰਹੇ ਆ, ਲੂਜ਼ੀਆਨਾ ਵੀ ਹੋ ਰਿਹਾ, ਐਰੀਜ਼ੋਨਾ ਵੀ ਹੋ ਰਿਹਾ, ਸਾਰੇ ਪਾਸੇ ਹੋ ਰਿਹਾ ਜੀ। ਅਗਲਾ ਸਵਾਲ ਹੈ ਜੀ ਕਿ ਜਿਹੜੀ F4 ਦੀ ਕੈਟੇਗਰੀ ਆ, ਉਹਨਾਂ ਦਾ ਜਿਹੜਾ ਹੈਗਾ ਉਹ ਬਹੁਤ ਸਲੋ ਆ, ਉਹ ਤੇਜ਼ ਹੋਣ ਦੀ ਕੋਈ ਉਮੀਦ ਆ ਨਹੀਂ ਜੀ? ਅਜੇ ਕੋਈ ਤੇਜ਼ ਹੋਣ ਦੀ ਉਮੀਦ ਨਹੀਂ ਆ। ਅਜੇ ਅਸੀਂ ਜਿਹੜਾ ਹੈਗਾ ਉਹ ਨਹੀਂ, ਮੈਨੂੰ ਲੱਗਦਾ ਵੀ ਉਹ ਤੇਜ਼ ਅਜੇ ਫੌਰੀ ਹੋਏਗੀ, ਪਰ ਹੋਣੀ ਚਾਹੀਦੀ ਆ, ਕਿਉਂਕਿ ਬਹੁਤ ਜ਼ਿਆਦਾ ਉਹ 'ਚ ਡਿਲੇ ਆ। ਅਗਲਾ ਸਵਾਲ ਹੈ ਜੀ ਕਿ ਜੇ ਕੋਈ ਬੰਦਾ ਬਾਰਡਰ ਕ੍ਰਾਸ ਕਰਕੇ ਆਉਂਦਾ, ਉਹਨੂੰ ਕੈਂਪ 'ਚੋਂ ਡਿਪੋਰਟ ਤਾਂ ਨਹੀਂ ਕਰਦੇ? ਇਹ ਡਿਪੈਂਡ ਕਰਦਾ ਜੀ ਕਿ ਜੇ ਤਾਂ ਉਹਦਾ ਕ੍ਰੈਡੀਬਲ ਫੇਅਰ ਇੰਟਰਵਿਊ ਹੋ ਜਾਵੇ, ਤਾਂ ਉਹ 'ਚ ਫੇਲ ਹੋ ਜਾਵੇ ਤਾਂ ਕਰ ਸਕਦੇ ਆ, ਜਾਂ ਉਹ ਅਸਾਈਲਮ ਨਾ ਮੰਗੇ ਤਾਂ ਕਰ ਸਕਦੇ ਆ। ਪਰ ਜੇ ਉਹਦੀ ਕ੍ਰੈਡੀਬਲ ਫੇਅਰ 'ਚੋਂ ਪਾਸ ਹੋ ਜਾਂਦਾ ਜਾਂ ਹੁੰਦੀ ਨਹੀਂ ਕ੍ਰੈਡੀਬਲ ਫੇਅਰ, ਅਤੇ ਉਹ ਕਹਿੰਦਾ ਮੈਨੂੰ ਖਤਰਾ, ਫਿਰ ਉਹ ਇੱਦਾਂ ਡਿਪੋਰਟ ਨੂੰ ਨਹੀਂ ਕਰਦੇ।
ਅਗਲਾ ਸਵਾਲ ਹੈ ਜੀ ਕਿ ਸਾਡੇ ਪੇਪਰ ਅਪ੍ਰੈਲ 11 ਦੇ ਅਪਲਾਈ ਕੀਤੇ ਨੇ F3 ਕੈਟਾਗਰੀ ਦੇ ਵਿੱਚ, ਤੇ ਇਹਨੂੰ ਹੁਣ ਕਿੰਨਾ ਟਾਈਮ ਲੱਗੂਗਾ? ਸਾਡੇ ਪੇਰੈਂਟਸ ਜਿਹੜੇ ਨੇ ਉਹ ਬਿਮਾਰ ਵਗੈਰਾ ਕਾਫੀ ਰਹਿੰਦੇ ਆ। F3 ਕੈਟਾਗਰੀ ਦੇ ਵਿੱਚ ਹੁਣ ਚੱਲ ਰਿਹਾ ਜੀ 22 ਨਵੰਬਰ 2008, ਤੇ ਤੁਹਾਡਾ ਅਜੇ 3-4 ਸਾਲ ਤੁਸੀਂ ਪਿੱਛੇ ਹੋ ਅਜੇ, ਤੇ ਇਹਨੂੰ ਟਾਈਮ ਲੱਗੂਗਾ। ਅਗਲਾ ਸਵਾਲ ਹੈ ਜੀ ਕਿ N400 ਸਿਟੀਜ਼ਨਸ਼ਿਪ ਦੀ ਹੁਣ ਟਾਈਮ ਫਰੇਮ ਕੀ ਆ? ਇਹਨੂੰ ਅੱਜ ਕੱਲ੍ਹ 8 ਤੋਂ 9 ਮਹੀਨੇ ਦਾ ਟਾਈਮ ਹੈ ਜੀ। ਅੱਗੇ ਪਹਿਲਾਂ ਸਾਲ ਦਾ ਸੀਗਾ, ਉਹ ਘਟ ਕੇ ਹੁਣ 8 ਤੋਂ 9 ਮਹੀਨੇ ਦਾ ਰਹਿ ਗਿਆ। ਤਕਰੀਬਨ ਉਨੀ ਦੇਰ ਦੇ ਵਿੱਚ ਇੰਟਰਵਿਊ ਜਿਹੜੀ ਆ ਉਹ ਆ ਜਾਂਦੀ ਹੈ। ਅਗਲਾ ਅੱਜ ਦਾ ਆਖਰੀ ਸਵਾਲ ਹੈ ਜੀ ਕਿ F4 ਕੈਟਾਗਰੀ ਜਿਹੜੀ ਆ 2006 'ਚ ਅਪਲਾਈ ਕੀਤਾ, ਕਿੰਨਾ ਟਾਈਮ ਲੱਗੂਗਾ? ਅਜੇ 2005 ਚੱਲ ਰਿਹਾ ਜੀ, ਸੋ ਇਹਨੂੰ ਘੱਟੋ ਘੱਟ ਸਾਲ ਜਿਹੜਾ ਹੈਗਾ ਤੁਹਾਡਾ ਜਾਂ 1.5 ਸਾਲ ਹੋਰ ਲੱਗਣਾ ਚਾਹੀਦਾ, ਜ਼ਿਆਦਾ ਵੀ ਲੱਗ ਸਕਦਾ। ਇਹ ਸੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੇ ਵੀਕ ਫੇਰ ਮਿਲਾਂਗੇ ਇਸੇ ਪ੍ਰੋਗਰਾਮ 'ਚ। ਸਤਿ ਸ਼੍ਰੀ ਅਕਾਲ ਜੀ।